प्यारे दर्शकों, आप सब नूं जी आया साडे प्रोग्राम पते दी गल नाल जुड़न लई तुहाडा धन्नवाद आ। मैं अपने साथी बलवीर जी, तुसीं भी दर्शकां नाल सांझ पाओ। जय भीम। हाँ जी, प्यारे दर्शकों, असीं पिछले हफ्ते जिहड़ा प्रोग्राम कीता सी ਉਹਦੇ ਵਿੱਚ ਅਸੀਂ ਜਿਹੜਾ ਵਿਸ਼ਾ ਛੋਹਿਆ ਸੀਗਾ ਉਹ ਸੀ ਸੋਸ਼ਲ ਸਰਵਿਸਿਜ਼ ਦੇ ਬਾਰੇ। ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਡਲਟ ਸੋਸ਼ਲ ਕੇਅਰ ਦੀ ਗੱਲ ਕੀਤੀ ਸੀ। ਅੱਜ ਦਾ ਜੋ ਵਿਸ਼ਾ ਹੈ ਉਹ ਅਸੀਂ ਬੱਚਿਆਂ ਦੀ ਜਿਹੜੀ ਕੇਅਰ ਹੈਗੀ ਆ ਉਹਦੇ ਬਾਰੇ ਗੱਲ ਕਰਾਂਗੇ। ਔਰ ਇਹ ਬਹੁਤ ਜਟਿਲ ਵਿਸ਼ਾ ਹੈਗਾ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਵਿਸ਼ਾ ਹੈ ਜਾਂ ਇਹਦੇ ਬਾਰੇ ਜੋ ਗੱਲਬਾਤ ਹੈ ਉਹਨੂੰ ਜਿੰਨਾ ਵੀ ਸਰਲ ਰੱਖਿਆ ਜਾ ਸਕੇ। ਆਮ ਤੌਰ 'ਤੇ ਇਹ ਸਾਡੇ ਭਾਈਚਾਰੇ ਦੇ ਵਿੱਚ ਭਾਵਨਾ ਪਾਈ ਜਾਂਦੀ ਆ ਜਾਂ ਇਹ ਧਾਰਨਾ ਹੈ ਜਾਂ ਇਹ ਬਹੁਤ ਹੱਦ ਤੱਕ ਅਸੀਂ ਇਹਨੂੰ ਗਲਤਫਹਿਮੀ ਵੀ ਕਹਿ ਸਕਦੇ ਹੈਗੇ ਹਾਂ ਕਿ ਅਗਰ ਕੋਈ ਤੁਹਾਡੇ ਬੱਚੇ ਦੀ ਸ਼ਿਕਾਇਤ ਕਰ ਦਿੰਦਾ ਹੈ ਸੋਸ਼ਲ ਸਰਵਿਸਿਜ਼ ਨੂੰ, ਅਤੇ ਸੋਸ਼ਲ ਸਰਵਿਸਿਜ਼ ਵਾਲੇ ਆਉਂਦੇ ਹਨ ਔਰ ਉਹ ਤੁਹਾਡੇ ਬੱਚੇ ਨੂੰ ਤੁਹਾਡੇ ਕੋਲੋਂ ਲੈ ਕੇ ਜਾਂਦੇ ਹਨ ਔਰ ਆਪਣੀ ਕੇਅਰ ਦੇ ਵਿੱਚ ਲੈ ਲੈਂਦੇ ਹਨ। ਇਹ ਧਾਰਨਾ ਕਿੰਨੀ ਕੁ ਦਰੁਸਤ ਹੈ ਇਹਦੇ ਬਾਰੇ ਅਸੀਂ ਗੱਲ ਅੱਜ ਕਰਾਂਗੇ। ਸਭ ਤੋਂ ਪਹਿਲਾਂ ਬਲਵੀਰ ਜੀ, ਆਪਾਂ ਜੇ ਇਸ ਗੱਲ ਨੂੰ ਇੱਥੋਂ ਸ਼ੁਰੂ ਕਰੀਏ ਕਿ ਇਹ ਜਿਹੜੀ ਧਾਰਨਾ ਬਣੀ ਹੋਈ ਹੈ ਜਾਂ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਕਾਫੀ ਹੱਦ ਤੱਕ ਮੰਨਿਆ ਜਾਂਦਾ, ਇਹ ਗੱਲ ਕਿੱਥੋਂ ਸ਼ੁਰੂ ਹੋਈ ਆ? ਕੋਈ ਤੁਹਾਡਾ ਹੈ ਐਕਸਪੀਰੀਅੰਸ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ, ਤਾਂ ਕਿ ਆਪਾਂ ਪਹਿਲਾਂ ਹੀ ਇੱਥੋਂ ਹੀ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਕਿ ਅਸੀਂ ਇਸ ਗੱਲ ਦੇ ਬਾਰੇ ਜਿਹੜੇ ਪਿਛਲੇ ਤੱਥ ਹਨ, ਪਿੱਛੇ ਤੱਥ ਪਏ ਹਨ, ਉਹ ਕੀ ਹਨ, ਉਹਨਾਂ ਦੇ ਬਾਰੇ ਗੱਲ ਕਰਕੇ ਫਿਰ ਆਪਾਂ ਅੱਗੇ ਵਧੀਏ। ਨਵਦੀਪ ਜੀ, ਇਹ ਜਿਹੜੀ ਧਾਰਨਾ ਬਣੀ ਆ ਕਿ ਜੇ ਸੋਸ਼ਲ ਸਰਵਿਸਿਜ਼ ਵਾਲਿਆਂ ਦੇ ਕੋਲ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਕਿਸੇ ਗੱਲਬਾਤ ਦਾ ਪਤਾ ਲੱਗੇ ਤਾਂ ਉਹ ਬੱਚੇ ਲੈ ਜਾਂਦੇ ਹਨ। ਹਾਂਜੀ, ਇਹ ਗੱਲ ਇੰਨੀ ਸਿੰਪਲ ਨਹੀਂ ਹੈਗੀ ਜੀ। ਇਹ ਇੰਨੀ ਸਿੰਪਲ ਇਸ ਕਰਕੇ ਨਹੀਂ ਹੈਗੀ ਕਿ ਜਿਸ ਵੇਲੇ ਜਿਹੜੀ ਲੋਕਲ ਅਥਾਰਟੀ ਹੈਗੀ ਆ ਉਹਨਾਂ ਨੇ ਫੈਸਲਾ ਕਰਨਾ ਕਿ ਹੁਣ ਬੱਚਿਆਂ ਨੂੰ ਜਿਹੜੀ ਉਹਨਾਂ ਦੀ ਨੋਰਮਲ ਇਨਵਾਇਰਨਮੈਂਟ ਹੈਗੀ ਜਾਂ ਜਿਹੜੇ ਮਾਹੌਲ ਦੇ ਵਿੱਚ ਬੱਚੇ ਰਹਿ ਰਹੇ ਆ, ਉਹ ਉਹਨਾਂ ਦਾ ਆਖਰੀ ਪੜਾਅ ਹੁੰਦਾ ਕਿ ਜਿਹੜੇ ਮਾਹੌਲ ਦੇ ਵਿੱਚ ਬੱਚੇ ਰਹਿ ਰਹੇ ਆ ਉਸ ਮਾਹੌਲ ਦੇ ਵਿੱਚ ਬੱਚੇ ਸੇਫ ਨਹੀਂ ਹੈਗੇ। ਤਾਂ ਇਸ ਕਰਕੇ ਵਧੀਆ ਹੈਗਾ ਕਿ ਬੱਚਿਆਂ ਨੂੰ ਸੇਫ ਰੱਖਣ ਦੇ ਵਾਸਤੇ ਤਾਂ ਕਿ ਉਹ ਆਮ ਜਿਹੜੇ ਮਾਹੌਲ ਦੇ ਵਿੱਚ ਪਲ ਸਕਣ, ਉਹਨਾਂ ਨੂੰ ਜਿਹੜੀ ਉਹ ਦੁਰਵਰਤੋਂ ਵਾਲੇ ਮਾਹੌਲ ਦੇ ਵਿੱਚ ਬੱਚੇ ਹੈਗੇ ਤਾਂ ਉੱਥੋਂ ਉਹਨਾਂ ਨੂੰ ਰਿਮੂਵ ਕਰ ਲਿਆ ਜਾਵੇ, ਤਾਂ ਉੱਥੋਂ ਉਹਨਾਂ ਨੂੰ ਹਟਾ ਲਿਆ ਜਾਵੇ। ਤਾਂ ਫਿਰ ਇਹ ਜਿਹੜਾ ਫੈਸਲਾ ਲਿਆ ਜਾਂਦਾ, ਅਤੇ ਉਹ ਵੀ ਜਿਹੜਾ ਫੈਸਲਾ ਹੈਗਾ ਕੋਈ ਇੱਕ ਜਿਸ ਤਰ੍ਹਾਂ ਕਹਿ ਲਓ ਕਿ ਜਾਂ ਸੋਸ਼ਲ ਸਰਵਿਸਿਜ਼ ਵਾਲੇ ਜਾਂ ਉਹ ਸਿਰਫ ਉਹ ਇਕੱਲੇ ਨਹੀਂ ਲੈਂਦੇ, ਉਹ ਬਹੁਤ ਸਾਰੀ ਜਿਹੜੇ ਹੈਗੇ ਆ ਅਥਾਰਟੀ ਦੇ ਜਿਹੜੇ ਉਹਦੇ ਵਿੱਚ ਜਿਹੜੇ ਪਾਰਟਨਰਸ ਹੁੰਦੇ ਆ, ਜਿਸ ਤਰ੍ਹਾਂ ਸਕੂਲ ਵਾਲੇ ਵੀ ਹੁੰਦੇ ਆ ਅਤੇ ਜਾਂ ਹੈਲਥ ਵਰਕਰ ਵੀ ਹੁੰਦੇ ਆ ਜਾਂ ਡਾਕਟਰ ਵੀ ਹੁੰਦੇ ਆ ਜਾਂ ਵੀ ਪੁਲਿਸ ਵਾਲੇ ਵੀ ਹੁੰਦੇ ਆ। ਸੋ ਸਾਰੇ ਰਲ ਕੇ ਫਿਰ ਇਹ ਫੈਸਲਾ ਕੀਤਾ ਜਾਂਦਾ ਕਿ ਜਿਹੜੇ ਇਨਵਾਇਰਨਮੈਂਟ ਦੇ ਵਿੱਚ ਬੱਚੇ ਹੈਗੇ ਉੱਥੇ ਨਹੀਂ ਸੇਫ ਹੈਗੇ, ਤਾਂ ਇਸ ਵਾਸਤੇ ਬਿਹਤਰ ਆ ਕਿ ਉਹਨਾਂ ਨੂੰ ਸੇਫ ਇਨਵਾਇਰਨਮੈਂਟ ਰੱਖਣ ਦੇ ਵਾਸਤੇ ਉੱਥੋਂ ਰਿਮੂਵ ਕਰ ਲਿਆ ਜਾਵੇ। ਫਿਰ ਆਖਰ ਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਜਾਂਦਾ, ਉਸ ਤੋਂ ਪਹਿਲਾਂ ਖਿਆਲ ਰੱਖਿਆ ਜਾਂਦਾ ਜਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਉੱਥੋਂ ਨਾ ਜਿਹੜੀ ਹੈਗੀ ਆਪਣੀ ਨੋਰਮਲ ਇਨਵਾਇਰਨਮੈਂਟ ਵਿੱਚੋਂ ਰਿਮੂਵ ਕੀਤਾ ਜਾਵੇ। ਜੀ, ਸੋ ਇਸ ਜਿਹੜੀ ਸਾਰੀ ਸੋਚ ਹੈ ਜੀ ਇਹਦੇ ਪਿੱਛੇ ਤੁਸੀਂ ਕੁਛ ਉਹਦੇ ਬਾਰੇ ਕਹਿਣਾ ਚਾਹੋਗੇ ਕਿ ਇਹ ਜਿਹੜੀ ਗੱਲ ਆ ਇਹ ਕਿਉਂ ਇਹ ਬੱਚਿਆਂ ਨੂੰ ਇਹਨਾਂ ਪਹਿਲ ਦੇ ਆਧਾਰ 'ਤੇ ਜਿਹੜਾ ਹੈਗਾ ਉਹ ਇੰਨੀ ਇੰਪੋਰਟੈਂਸ ਦਿੰਦੇ ਹੈਗੇ ਆ? ਸੋ ਇਹਦਾ ਜੇ ਥੋੜ੍ਹਾ ਜਿਹਾ ਪਿਛੋਕੜ ਸਾਨੂੰ ਦੱਸੋ ਜੀ ਕਿ ਸਾਡੇ ਸਮਾਜ ਦੇ ਵਿੱਚ ਤਾਂ ਇਹ ਹੈਗਾ ਕਿ ਤੁਸੀਂ ਚਾਹੇ ਆਪਣੇ ਬੱਚੇ ਨੂੰ ਕੁੱਟੋ ਮਾਰੋ, ਉਹ ਤੁਹਾਡਾ ਬੱਚਾ ਹੈਗਾ, ਤੁਸੀਂ ਜੋ ਕੁਛ ਮਰਜ਼ੀ ਕਰੋ। ਕਿ ਇਹਨਾਂ ਦੀ ਸੋਚ ਸਾਡੇ ਨਾਲੋਂ ਥੋੜ੍ਹੀ ਅਲੱਗ ਹੈ ਔਰ ਉਸ ਸੋਚ 'ਤੇ ਹੀ ਆਧਾਰਿਤ ਜਿਹੜੇ ਹੈਗੇ ਇੱਥੇ ਕਾਨੂੰਨ ਬਣੇ ਹੋਏ ਹਨ, ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਵੀ ਹੈਗੇ ਆ? ਜੇ ਤੁਸੀਂ ਇਹਦੇ ਬਾਰੇ ਸਾਡੇ ਨਾਲ ਸਾਂਝੀ ਕਰੋ। ਹਾਂਜੀ, ਬਿਲਕੁਲ ਨਵਦੀਪ ਜੀ, ਇੱਕ ਚਿਲਡਰਨਸ ਐਕਟ ਜਿਹੜਾ ਲੇਟੈਸਟ ਹੈਗਾ ਉਹ ਚਿਲਡਰਨਸ ਐਕਟ ਆਫ 2004 ਜੀ, ਅਤੇ ਉਹਦੇ ਵਿੱਚ ਇਹ ਹੈਗਾ ਕਿ ਜਿੰਨੇ ਵੀ ਜਿਹੜੇ ਹੈਗੇ ਆਰਗੇਨਾਈਜੇਸ਼ਨਸ ਬੱਚਿਆਂ ਦੇ ਨਾਲ ਕੰਮ ਕਰ ਰਹੇ, ਉਹਨਾਂ ਦੀ ਇਹ ਰਿਸਪੋਂਸੀਬਿਲਿਟੀ ਆ ਜੀ ਕਿ ਉਹ ਹੈਲਪ ਕਰਨ, ਜਿਹੜਾ ਬੱਚਾ ਹੈਗਾ ਉਹਦੀ ਸੇਫ ਗਾਰਡਿੰਗ ਹੋਵੇ, ਤਾਂ ਉਹਨੂੰ ਉਹਦੀ ਜਿਹੜੇ ਬੱਚੇ ਦੀ ਵੈਲਫੇਅਰ, ਜਿਹੜੇ ਬੱਚੇ ਦੀ ਸਹੀ ਪਰਵਰਿਸ਼ ਹੋਵੇ, ਉਹ ਸਾਰਿਆਂ ਦਾ ਫਰਜ਼ ਬਣਦਾ, ਜਿੰਨੀਆਂ ਵੀ ਪਾਰਟਨਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਕਿ ਉਹ ਇਸ ਗੱਲ ਦਾ ਖਿਆਲ ਰੱਖਣ। ਅਤੇ ਸੋ ਇਸ ਜਿਹੜੇ ਨਿਯਮਾਂ ਦੀ ਪਾਲਣਾ ਕਰਨ ਦੇ ਵਾਸਤੇ ਇਹ ਜਿਹੜਾ ਕਾਨੂੰਨ ਬਣਿਆ ਹੈਗਾ ਜੀ,
ਤੇ ਆਮ ਕਰਕੇ ਤਾਂ ਜੇ ਮੈਂ ਥੋੜ੍ਹੇ ਜਿਹੇ ਲਫ਼ਜ਼ਾਂ ਦੇ ਵਿੱਚ ਜ਼ਿਕਰ ਕਰ ਸਕਾਂ ਕਿ ਜਿਸ ਤਰ੍ਹਾਂ ਜਿੱਥੋਂ ਜਿਹੜੇ ਮੋਸਟ ਏਜਨ ਪੇਰੈਂਟਸ ਜਿਹੜੇ ਉਹ ਆਏ ਹੈਗੇ ਆ ਤੇ ਜੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਹੁਣ ਤੇ ਬਾਬੇ ਬਣੇ ਹੋਣ ਜਾਂ ਨਾਨੇ ਬਣੇ ਹੋਣ ਨਾਨੇ ਨਾਨੀ ਬਣੇ ਹੋਣ ਤੇ ਦਾਦੀ ਬਾਬਾ ਬਣੇ ਹੋਣ ਤੇ ਉਹ ਜਿਹੜੇ ਮਾਹੌਲ ਦੇ ਵਿੱਚ ਨਵਦੀਪ ਜੀ ਪਲੇ ਸੀ ਉਸ ਵੇਲੇ ਇੱਦਾਂ ਹੁੰਦਾ ਸੀਗਾ ਕਿ ਸਾਰਾ ਪਿੰਡ ਜਿਹੜਾ ਹੈਗਾ ਉਹਨਾਂ ਦੀ ਕੇਅਰ ਕਰਨ ਦੇ ਵਾਸਤੇ ਹੁੰਦਾ ਸੀ। ਬਿਲਕੁਲ ਉਹਨਾਂ ਨੂੰ ਦੱਸਦਾ ਸੀ ਕਿ ਆਹ ਚੰਗੀਆਂ ਗੱਲਾਂ, ਆਹ ਮਾੜੀਆਂ ਕੰਮਾਂ, ਆਹ ਮਾੜੀਆਂ ਗੱਲਾਂ ਤੇ ਉਹਨਾਂ ਨੂੰ ਕੰਮਕਾਰ ਕਰਨ ਦੇ ਵਾਸਤੇ ਪ੍ਰੇਰਿਤ ਕਰਨਾ, ਅੱਛੀਆਂ ਜਿਹੜੀਆਂ ਆਦਤਾਂ ਗ੍ਰਹਿਣ ਵਾਸਤੇ ਪ੍ਰੇਰਿਤ ਕਰਨਾ। ਤਾਂ ਉਹਨਾਂ ਦੀ ਉੱਥੇ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ, ਵਾਤਾਵਰਣ ਦੇ ਵਿੱਚ ਉਹਨਾਂ ਦੀ ਦੇਖਭਾਲ ਹੁੰਦੀ ਸੀ। ਬਿਲਕੁਲ। ਤੇ ਉਸ ਵੇਲੇ ਜਿਹੜਾ ਨਵਦੀਪ ਜੀ ਵਿਹੜਾ ਖੁੱਲ੍ਹਾ ਹੁੰਦਾ ਸੀ। ਤੇ ਅੱਜ ਜਿਹੜੇ ਹੈਗੇ ਆ ਉਹ ਉੱਥੇ ਵੀ ਜਿਸ ਤਰ੍ਹਾਂ ਕਹਿ ਲਓ ਕਿ ਸਾਡੇ ਆਪਣੇ ਮੁਲਕਾਂ ਦੇ ਵਿੱਚ ਵੀ ਉਹ ਜਿਹੜੇ ਵਿਹੜੇ ਬੰਦ ਹੋ ਗਏ ਤੇ ਉੱਚੀਆਂ ਦੀਵਾਰਾਂ ਬਣ ਗਈਆਂ। ਤੇ ਇੱਥੇ ਵੀ ਅਸੀਂ ਜਿਹੜੇ ਹੈਗੇ ਆ ਬੰਦ ਕਮਰਿਆਂ ਦੇ ਵਿੱਚ, ਬੰਦ ਡੋਰਾਂ ਦੇ ਵਿੱਚ ਉਹ ਰਹਿ ਕੇ ਤਾਂ ਅਸੀਂ ਜਿਹੜਾ ਹੈਗਾ ਉਹ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਬਿਲਕੁਲ। ਤਾਂ ਇਹ ਜਿਹੜੀ ਕਲਚਰਲ ਜਿਹੜੀ ਚੇਂਜ ਹੋਈ ਆ, ਇਸ ਗੱਲ ਦਾ ਸਾਡੇ ਬੱਚਿਆਂ ਦੇ ਉੱਤੇ, ਸਾਡੇ ਮੁਆਸ਼ਰੇ ਦੇ ਵਿੱਚ ਬਹੁਤ ਅਸਰ ਪਿਆ। ਤੇ ਕਈ ਵਾਰੀ ਅਸੀਂ ਇਸ ਗੱਲ ਦਾ ਬਿਲਕੁਲ ਹੀ ਖਿਆਲ ਨਹੀਂ ਕਰਦੇ ਕਿ ਬੱਚੇ ਨੂੰ ਅਸੀਂ ਸਕੂਲੇ ਭੇਜ ਦਿੱਤਾ ਤੇ ਬਸ ਇੰਨਾ ਬਹੁਤ ਹੈਗਾ। ਤੇ ਇਹ ਇਕੱਲੇ ਸਕੂਲ ਦੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਬੱਚੇ ਦੀ ਜਿਹੜੀ ਹੈਗੀ ਆ ਉਹ ਪਰਵਰਿਸ਼ ਅੱਛੇ ਮਾਹੌਲ ਦੇ ਵਿੱਚ ਹੋਵੇ। ਉਹ ਵਿੱਚੇ ਹੀ ਸਕੂਲ, ਵਿੱਚੇ ਜਿਹੜੇ ਮਾਪੇ, ਵਿੱਚੇ ਰਿਸ਼ਤੇ, ਉਹ ਸਾਰਿਆਂ ਦਾ ਉਹ ਫਰਜ਼ ਹੁੰਦਾ। ਤਾਂ ਉਹ ਸਾਰਿਆਂ ਨੂੰ ਦੇਖਭਾਲ ਕਰਨੀ ਚਾਹੀਦੀ ਹੈ। ਪਰ ਇਹ ਹੋਣ ਦੀ ਬਜਾਏ ਬਹੁਤ ਸਾਰੇ ਮਾਪੇ ਵੀ ਇੱਦਾਂ ਹੁੰਦੇ ਆ ਕਿ ਉਹ ਬੱਚਿਆਂ ਦੀ ਬਿਲਕੁਲ ਕੇਅਰ ਨਹੀਂ ਕਰਦੇ। ਤਾਂ ਉਹ ਆਪਣੀ ਜਾਂ ਮਸਤੀ ਕਹਿ ਲਓ ਤੇ ਜਾਂ ਆਪਣਾ ਜਿਹੜਾ ਬੱਚਿਆਂ ਨੂੰ ਨਾ ਟਾਈਮ ਦੇਣਾ ਤੇ ਉੱਧਰ ਜ਼ਿਆਦਾ ਉਹ ਬਿਜ਼ੀ ਹੋ ਕੇ ਤਾਂ ਬੱਚੇ ਦੀ ਅਣਗਹਿਲੀ ਹੋ ਜਾਂਦੀ ਆ। ਜੇ ਮੈਂ ਤੁਹਾਡਾ ਪੁਆਇੰਟ ਚੰਗੀ ਤਰ੍ਹਾਂ ਸਮਝਿਆ ਹੋਵਾਂ ਜੀ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਪਿਛੋਕੜ ਹੈ, ਜਿਸ ਭਾਈਚਾਰੇ 'ਚੋਂ, ਜਿਸ ਕਲਚਰ ਦੇ ਵਿੱਚੋਂ, ਸੱਭਿਆਚਾਰ 'ਚੋਂ ਅਸੀਂ ਆਏ ਹਾਂ, ਉੱਥੇ ਇੱਕ ਬੱਚਾ ਉਹ ਸਾਰੇ ਪਿੰਡ ਦੀ ਜ਼ਿੰਮੇਵਾਰੀ ਹੁੰਦਾ ਸੀ। ਉਹਦੀ ਲੁੱਕ ਆਫਟਰ ਕਰਨੀ, ਉਹਦੀ ਸਾਂਭ ਸੰਭਾਲ ਕਰਨੀ, ਉਹਦੇ ਵਿੱਚ ਨਾਨੀਆਂ, ਦਾਦੀਆਂ, ਚਾਚੇ, ਤਾਏ ਸਾਰੇ ਉਹਦੇ ਵਿੱਚ ਹਿੱਸਾ ਲੈਂਦੇ ਸੀ। ਸੋ ਉਹਨੂੰ ਵੀ ਤਕਰੀਬਨ ਇਹਨਾਂ ਨੇ ਰੈਪਲੀਕੇਟ ਕਰਨ ਦੇ ਲਈ, ਉਹਦੀ ਇੱਕ ਤਰ੍ਹਾਂ ਦੇ ਬਣਾਉਣ ਦੇ ਲਈ ਇਹਨਾਂ ਨੇ ਜਿੰਨੀਆਂ ਵੀ ਸਰਕਾਰੀ ਏਜੰਸੀਆਂ ਹੈਗੀਆਂ ਉਹਨਾਂ ਸਾਰਿਆਂ ਦੀ ਇਹ ਜ਼ਿੰਮੇਵਾਰੀ ਪਾਈ ਹੋਈ ਆ ਕਿ ਉਹ ਬੱਚੇ ਦੀ ਜਿਹੜੀ ਹੈਗੀ ਆ ਸਾਂਭ ਸੰਭਾਲ ਦੇ ਵਿੱਚ ਔਰ ਬੱਚੇ ਦਾ ਜਿਹੜਾ ਹੈਗਾ ਚੰਗੀ ਤਰ੍ਹਾਂ ਪਰਵਰਿਸ਼ ਹੋਵੇ, ਉਹਦੇ 'ਚ ਸਾਰਿਆਂ ਦੀ ਜ਼ਿੰਮੇਵਾਰੀ ਦਿੱਤੀ। ਇੱਕ ਗੱਲ ਜੋ ਮੇਰੇ ਧਿਆਨ ਦੇ ਵਿੱਚ ਹੋਰ ਵੀ ਰਹੀ ਆ ਉਹ ਇਹ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਹੈਗੀ ਆ, ਉਹਨਾਂ ਨੇ ਵੀ ਮੇਰਾ ਖਿਆਲ 1990 ਦੇ ਵਿੱਚ ਜਿਹੜਾ ਇੱਕ ਚਾਰਟਰ ਤਿਆਰ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਬੱਚੇ ਦੇ ਕੀ ਅਧਿਕਾਰ ਹੋਣੇ ਚਾਹੀਦੇ ਆ, ਉਹਦੇ ਵਿੱਚ ਉਹਨਾਂ ਨੇ, ਤੇ ਮੇਰਾ ਖਿਆਲ ਉਹਦੇ ਵਿੱਚ 41 ਧਾਰਾਵਾਂ ਹੈਗੀਆਂ ਔਰ ਉਹਦੇ ਵਿੱਚ ਬੜਾ ਤਫਸੀਲ ਦੇ ਨਾਲ ਲਿਖਿਆ ਹੈਗਾ ਕਿ ਕੋਈ ਵੀ ਬੱਚਾ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਉਹ ਪੈਦਾ ਹੁੰਦਾ ਤਾਂ ਉਹਦੀ ਜਿਹੜੀ ਹੈਗੀ ਆ ਸਾਂਭ ਸੰਭਾਲ ਦੀ, ਉੱਥੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਕੀ ਹੈਗੀ, ਉਹਨਾਂ ਨੂੰ ਕਾਨੂੰਨ ਕਿੱਦਾਂ ਦੇ ਬਣਾਉਣੇ ਚਾਹੀਦੇ ਆ। ਸੋ ਜਦੋਂ ਸਾਡੀ ਯੂਕੇ ਦੀ ਸਰਕਾਰ ਕੋਈ ਕਾਨੂੰਨ ਬਣਾਉਂਦੀ ਆ ਕਿ ਉਹ ਉਸ ਗੱਲ ਦਾ ਧਿਆਨ ਰੱਖਦੀ ਆ, ਉਸ ਗੱਲ ਨੂੰ ਮੱਦੇਨਜ਼ਰ ਰੱਖਦੀ ਆ ਕਿ ਜਿਹੜਾ ਚਾਰਟ ਜਿਹੜਾ ਹੈਗਾ ਯੂਨਾਈਟਿਡ ਨੇਸ਼ਨ ਦਾ ਹੈਗਾ ਬੱਚਿਆਂ ਦਾ ਜਿਹੜਾ ਰਾਈਟਸ ਹੈਗੇ ਆ ਉਹਦਾ ਕੋਈ ਇਹਨਾਂ ਦੇ ਕਾਨੂੰਨ ਬਣਾਉਣ 'ਤੇ ਕੋਈ ਅਸਰ ਹੁੰਦਾ ਹੋਵੇ। ਬਿਲਕੁਲ ਜੀ। ਜਿੱਥੇ ਤੱਕ ਮੈਨੂੰ ਪਤਾ ਕਿ ਜਿਹੜੀਆਂ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਹੈਗੀਆਂ ਉਹ ਜਿਹੜਾ ਯੂਨਾਈਟਿਡ ਨੇਸ਼ਨ ਨੇ ਇਹ ਜਿਹੜਾ ਹੈਗਾ ਇਹ ਤਰੀਕਾ ਅਖਤਿਆਰ ਕੀਤਾ ਹੋਇਆ ਉਹਦੇ ਵਿੱਚ ਉਹ ਸਿਗਨੇਟਰੀ ਹੁੰਦੀਆਂ ਤੇ ਉਹਦੇ ਉਹ ਹਿੱਸੇਦਾਰ ਹੁੰਦੇ ਆ। ਤਾਂ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਦੇ ਮੁਤਾਬਕ ਜਿਹੜੇ ਹੈਗੇ ਆ ਆਪਣੇ ਫਿਰ ਮੁਲਕ ਦੇ ਵਿੱਚ ਬੱਚਿਆਂ ਦੀ ਸੇਫ ਗਾਰਡਿੰਗ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਤਾਂ ਉਹ ਤੌਰ ਤਰੀਕੇ ਉਹ ਘੜੇ ਜਾਣ ਤਾਂ ਫਿਰ ਉਹ ਵੱਖਰੇ ਵੱਖਰੇ ਆਪਣੇ ਮੁਲਕ ਦੇ ਵਿੱਚ ਉਹ ਲੈਜਿਸਲੇਸ਼ਨ ਉਹ ਬਣਾਉਂਦੇ ਆ। ਐਂਡ ਤਾਂ ਤੇ ਅਥਾਰਟੀਜ਼ ਦਾ ਫਰਜ਼ ਹੈਗਾ ਕਿ ਜਿਹੜੇ ਉਹ ਲੈਜਿਸਲੇਸ਼ਨ ਹੈਗੇ ਆ ਉਹਨਾਂ ਨੂੰ ਜਿਸ ਤਰ੍ਹਾਂ ਅਪਲਾਈ ਕੀਤਾ ਜਾਵੇ। ਤੇ ਜਿਹੜੇ ਸ਼ਹਿਰ ਆ, ਟਾਊਨ ਹੈਗੇ ਆ ਜਾਂ ਹੋਰ ਵੀ ਜਿਹੜੇ ਪਾਰਟਨਰ ਹੋਏ ਜਿੱਦਾਂ ਜਿਸ ਤਰ੍ਹਾਂ ਡਾਕਟਰ ਹੋਏ, ਪੁਲਿਸ ਹੋਏ, ਉਹ ਵੀ ਫਿਰ ਉਸ ਪ੍ਰੋਗਰਾਮ ਦੇ ਮੁਤਾਬਕ ਚੱਲਣ। ਠੀਕ ਆ। ਤਾਂ ਕਿ ਰਲ ਕੇ ਜਿਹੜੇ ਬੱਚੇ ਦੀ ਸੇਫ ਗਾਰਡਿੰਗ ਦਾ ਜਿਹੜਾ ਇੰਤਜ਼ਾਮ ਹੈਗਾ ਉਹ ਕੀਤਾ ਜਾ ਸਕੇ। ਠੀਕ ਆ। ਸੋ ਇੱਕ ਹੋਰ ਜਿਹੜੀ ਗੱਲ ਹੈਗੀ ਆ ਕਿ ਜਦੋਂ ਬੱਚੇ ਨੂੰ ਜਿਹੜੀ ਹੈਗੀ ਸੋਸ਼ਲ ਸਰਵਿਸਿਜ਼ ਆਪਣੇ ਕੇਅਰ ਦੇ ਵਿੱਚ ਲੈਂਦੀ ਹੈਗੀ ਆ, ਉਹ ਆਪਣੇ ਧਿਆਨ ਦੇ ਵਿੱਚ ਉਹ ਲਿਆਉਂਦੇ ਹੈਗੇ ਆ। ਸੋ
ਉਹਦਾ ਖਰਚਾ ਵੀ ਮੇਰੇ ਖਿਆਲ ਕਾਫੀ ਹੁੰਦਾ ਹੋਊਗਾ, ਕਰਕੇ ਬੱਚੇ ਨੂੰ ਉਹਦੇ ਮਾਂ-ਬਾਪ ਤੋਂ, ਉਹਦੇ ਪਰਿਵਾਰ ਤੋਂ ਅਲੱਗ ਕਰਕੇ ਹਾਂਜੀ ਉਹਨੂੰ ਹੋਰ ਕਿਸੇ ਥਾਂ ਤੇ ਸੈੱਟ ਕਰਨਾ ਕੋਈ ਇੰਨਾ ਸੌਖਾ ਕੰਮ ਤਾਂ ਨਹੀਂ ਹੋਊਗਾ ਜੀ। ਸੋ ਉਹਦੀ ਕੋਸਟ ਵੀ ਹੋਊਗੀ। ਬਿਲਕੁਲ। ਸੋ ਉਹਦੇ ਬਾਰੇ ਕੁਛ ਤੁਸੀਂ ਸਾਡੇ ਕੋਲ ਹੈ ਜਾਣਕਾਰੀ ਜਿਹੜੀ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਜਾਣਨਾ ਚਾਹਣਗੇ? ਤੇ ਇਹ ਨਵਦੀਪ ਜੀ, ਜਿਹੜੀਆਂ ਇੱਕ ਬੱਚੇ ਦੀ ਦੇਖਭਾਲ ਕਰਨੇ ਦੇ ਵਿੱਚ ਹਾਂਜੀ ਮੇਰਾ ਖਿਆਲ ਤਕਰੀਬਨ 40,000 ਪਾਉਂਡ ਤੋਂ ਉੱਤੇ ਜਿਹੜਾ ਖਰਚਾ ਆ ਜਾਂਦਾ ਸਾਲ ਦਾ ਜੀ। ਤੇ ਉਹ ਜਿਹੜਾ ਖਰਚਾ ਹੈਗਾ ਉਹ ਫਿਰ ਲੋਕਲ ਅਥਾਰਟੀਜ਼ ਦੇ ਵੱਲੋਂ ਕੀਤਾ ਜਾਂਦਾ। ਹਾਂਜੀ। ਤੇ ਕੋਈ ਵੀ ਲੋਕਲ ਅਥਾਰਟੀ ਇਹ ਨਹੀਂ ਚਾਹੂਗੀ ਕਿ ਇਹ ਜਿਹੜਾ ਹੈਗਾ ਖਰਚਾ ਹੈਗਾ ਉਹ ਇਹ ਕੀਤਾ ਜਾਵੇ। ਉਹ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਕਿ ਬੱਚੇ ਨੂੰ ਜਿਹੜੀ ਉਹਨਾਂ ਦੀ ਨੋਰਮਲ ਇਨਵਾਇਰਨਮੈਂਟ ਹੈਗੀ ਆ, ਜਿਹੜੇ ਉਹਨਾਂ ਦੇ ਘਰ ਦਾ ਮਾਹੌਲ ਹੈਗਾ, ਜੇ ਮਾਪਿਆਂ ਦੇ ਕੋਲ ਆ ਜਾਂ ਫੋਸਟਰਿੰਗ ਦੇ ਵਿੱਚ ਆ ਜਾਂ ਹੋਰ ਜਿਹੜਾ ਵੀ ਬੱਚੇ ਦੀ ਕੇਅਰ ਕਰਨੇ ਵਾਲਾ ਹੈਗਾ ਆ, ਤੇ ਉਹ ਉਹਨਾਂ ਦੇ ਕੋਲ ਰਹਿ ਕੇ ਪਲੇ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਿਹੜੀਆਂ ਅਥਾਰਟੀਜ਼ ਉਹ ਆਖਰੀ ਇਹ ਫੈਸਲਾ ਲੈਂਦੇ ਆ ਕਿ ਬੱਚੇ ਨੂੰ ਉਹ ਆਪਣੇ ਕੋਲ ਲੈ ਜਾਣ, ਤਾਂ ਜਿੱਥੇ ਉਹਨਾਂ ਨੂੰ ਐਨੀ ਚਾਂਸ, ਕਿਸ ਤਰ੍ਹਾਂ ਦਾ ਵੀ ਕੋਈ ਚਾਂਸ ਹੋਵੇ ਆਫ ਹਾਰਮ, ਹਾਂਜੀ, ਰਿਸਕ ਆਫ ਹਾਰਮ ਹੋਵੇ, ਤਾਂ ਉਹਦੇ ਵਿੱਚੋਂ ਉਹ ਕੱਢ ਕੇ ਤੇ ਬੱਚੇ ਨੂੰ ਉਹ ਸੇਫ ਇਨਵਾਇਰਨਮੈਂਟ ਦੇ ਵਿੱਚ ਪਾਉਂਦੇ ਆ। ਤੇ ਇਹ ਇੱਥੇ ਤੱਕ ਪਹੁੰਚਣ ਦੇ ਲਈ ਜੇ ਮੰਨ ਲਓ ਕਿ ਅਥਾਰਟੀਜ਼ ਬੱਚੇ ਨੂੰ ਆਪਣੇ ਕੋਲ ਉਹ ਲੈ ਵੀ ਜਾਂਦੇ ਆ, ਤੇ ਉਹ ਫਿਰ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆ ਕਿ ਫਿਰ ਮੁੜ ਕੇ ਬੱਚੇ ਨੂੰ ਉਹਨਾਂ ਦੀ ਨੋਰਮਲ ਇਨਵਾਇਰਨਮੈਂਟ ਦੇ ਵਿੱਚ ਜਾਂ ਘਰਦਿਆਂ ਦੇ ਕੋਲ, ਜਿੱਥੇ ਜਾਂ ਬੱਚੇ ਪਹਿਲਾਂ ਸੀਗੇ, ਜਿੱਥੇ ਸੇਫ ਸੀਗੇ, ਉਹ ਕਿਵੇਂ ਉਹ ਭੇਜਿਆ ਜਾ ਸਕਦਾ। ਹਾਂਜੀ। ਤਾਂ ਉਹਦੇ ਵਿੱਚ ਫਿਰ ਉਹਨਾਂ ਨੂੰ ਦੇਖਣਾ ਪੈਂਦਾ ਕਿ ਜੇ ਜਿੱਥੇ ਬੱਚੇ ਪਹਿਲਾਂ ਸੀਗੇ, ਜਿੱਥੋਂ ਲੈ ਕੇ ਗਏ ਆ, ਤੇ ਜੇ ਮਾਂ ਪੇ ਉਹਨਾਂ ਦੇ ਨਾਲ ਰਲ ਕੇ ਉਹ ਕੰਮ ਕਰਨ, ਹਾਂਜੀ, ਤਾਂ ਉਹਨਾਂ ਨੂੰ ਇਹ ਫਿਰ ਤਸੱਲੀ ਦਿਵਾਉਣ ਕਿ ਹਾਂ ਠੀਕ ਹੈ ਜੀ, ਜਿਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਬੱਚਿਆਂ ਦੀ ਦੇਖਭਾਲ ਹੋਣੀ ਚਾਹੀਦੀ ਆ, ਤਾਂ ਉਹ ਅਸੀਂ ਹੁਣ ਕਰਨ ਨੂੰ ਤਿਆਰ ਹਾਂ। ਤਾਂ ਉਹ ਬਿਨਾਂ ਸ਼ੱਕ ਉਹ ਬੱਚੇ ਨੂੰ ਫਿਰ ਆਪਣੀ ਜਿਹੜੀ ਨੋਰਮਲ ਇਨਵਾਇਰਨਮੈਂਟ ਦੇ ਵਿੱਚ ਉਹ ਪਾ ਦਿੰਦੇ ਆ ਉਹ। ਜੀ ਜੀ। ਇਹ ਸਵਾਲ ਬਲਵੀਰ ਜੀ ਮੈਂ ਤੁਹਾਨੂੰ ਤਾਂ ਪੁੱਛਿਆ ਸੀ ਕੋਰਸ ਦਾ, ਜੀ, ਕਿ ਆਮ ਜਿੱਦਾਂ ਕਹਿ ਦਿੰਦੇ ਆ, ਸਾਡੇ ਕਈ ਗੱਲਾਂ ਵਾਰੀ ਤੁਹਾਡੇ ਸੁਣਨ ਦੇ ਵਿੱਚ ਆਇਆ, ਮੈਂ ਤਾਂ ਕਾਫੀ ਵਾਰੀ ਇਹ ਸੁਣਿਆ, ਤੁਹਾਡਾ ਵੀ ਵੱਖ-ਵੱਖ ਤੁਸੀਂ ਜਿਹੜੀਆਂ ਹੈਗੀਆਂ ਸਟੈਚੂਟਰੀ ਏਜੰਸੀਜ਼ ਹੈਗੀਆਂ, ਸਰਕਾਰੀ ਏਜੰਸੀ ਹੈਗੀਆਂ, ਉਹਨਾਂ ਨਾਲ ਕੰਮ ਕਰਦੇ ਆ ਜੀ, ਕਿ ਲਓ ਜੀ ਬੱਚੇ ਦੇ ਅਸੀਂ ਤਾਂ ਮਾੜੀ ਜਿਹੀ ਚਪੇੜ ਮਾਰੀ ਸੀ ਤਾਂ ਉਹ ਕੌਂਸਲ ਵਾਲੇ ਆ ਗਏ, ਕੌਂਸਲ ਵਾਲੇ ਸੋਸ਼ਲ ਸਰਵਿਸਿਜ਼ ਵਾਲੇ ਆ ਗਏ, ਤਾਂ ਉਹ ਸਾਡੇ ਕੋਲੋਂ ਬੱਚਾ ਲੈ ਗਏ ਜੀ। ਸੋ ਕਿ ਮੇਰੀ ਇਹ ਸੋਚਣੀ ਠੀਕ ਹੋਊਗੀ ਜੀ ਕਿ ਕੌਂਸਲ ਜਾਂ ਸੋਸ਼ਲ ਸਰਵਿਸਿਜ਼ ਇਹ ਨਹੀਂ ਚਾਹੁੰਦੀ ਕਿ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲੋਂ ਲੈ ਕੇ ਜਾਣ ਇੱਕ ਛੋਟੀ ਜਿਹੀ ਗੱਲ ਦੇ ਪਿੱਛੇ ਜੀ। ਉਹਦੇ ਪਿੱਛੇ ਹੋਰ ਵੀ ਜ਼ਰੂਰ ਕਾਰਨ ਹੁੰਦੇ ਹੋਣਗੇ, ਉਹਨਾਂ ਦਾ ਆਪਣਾ ਇੱਕ ਅਸੈਸਮੈਂਟ ਕਰਨ ਦਾ ਵੀ ਢੰਗ ਹੁੰਦਾ ਹੋਊਗਾ ਜੀ ਜੀ, ਕਿ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ। ਉਹ ਮਾਂ ਬਾਪ ਨੂੰ ਵੀ ਪੁੱਛਦੇ ਹੋਣਗੇ, ਆਲੇ ਦੁਆਲੇ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਕੁਛ ਪੁੱਛਦੇ ਹੋਣਗੇ। ਫਿਰ ਉਹ ਕਿਤੇ ਬਹੁਤ ਔਖਾ ਜਿਹੜਾ ਡਿਸੀਜ਼ਨ ਹੈਗਾ ਜੀ, ਉਹ ਬੱਚੇ ਨੂੰ ਮਾਂ ਬਾਪ ਦੇ ਨਾਲੋਂ ਅਲੱਗ ਕਰਨ ਦਾ ਲੈਂਦੇ ਹੋਣਗੇ। ਸੋ ਥੋੜ੍ਹਾ ਜਿਹਾ ਸਾਨੂੰ ਇਹਦੇ ਬਾਰੇ ਵੀ ਤੁਸੀਂ ਅਗਰ ਦੱਸ ਸਕੋ ਕਿ ਇਹ ਪ੍ਰੋਸੈਸ ਜਿਹੜਾ ਹੈਗਾ ਕਿੱਦਾਂ ਹੁੰਦਾ, ਕਿ ਇਹ ਕਿਸੇ ਟੀਚਰ ਨੇ ਦੱਸ ਦਿੱਤਾ ਜਾਂ ਕਿਸੇ ਨੇ ਆਂਢ ਗੁਆਂਢੀ ਨੇ ਕਿਸੇ ਨੇ ਰਿਪੋਰਟ ਕਰ ਦਿੱਤੀ ਜਾਂ ਕਿਸੇ ਡਾਕਟਰ ਨੇ ਰਿਪੋਰਟ ਕਰ ਦਿੱਤੀ, ਇਹ ਪ੍ਰੋਸੈਸ ਸ਼ੁਰੂ ਕਿੱਦਾਂ ਹੁੰਦਾ? ਜੀ ਜੀ। ਸੋ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਕੁਛ ਸਾਂਝ ਪਾਓ। ਇਹ ਪਹਿਲੀ ਤਾਂ ਗੱਲ ਹੈ ਨਵਦੀਪ ਜੀ ਕਿ ਇਹ ਜਿਹੜੀ ਸਾਰੀ ਗੱਲਬਾਤ ਹੈਗੀ ਆ ਉਹ ਬੱਚੇ ਤੋਂ ਹੀ ਸ਼ੁਰੂ ਹੁੰਦੀ ਆ। ਹਾਂਜੀ। ਤੇ ਜਿਸ ਤਰ੍ਹਾਂ ਹੁਣ ਬੱਚੇ ਦੇ ਨਾਲ ਜੇ ਕੋਈ ਬਦਸਲੂਕੀ ਹੁੰਦੀ ਹੈ ਜਾਂ ਬੱਚੇ ਦੀ ਅਬਿਊਜ਼ ਹੁੰਦੀ ਆ ਜੀ, ਤਾਂ ਉਹਦੀ ਜਿਹੜੀ ਆ ਸੇਫ ਗਾਰਡਿੰਗ ਦੇ ਵਿੱਚ ਦੇਖਭਾਲ ਕਰਨੇ ਦੇ ਵਿੱਚ ਕੋਈ ਕੋਤਾਹੀ ਹੈਗੀ ਆ। ਹਾਂਜੀ। ਤੇ ਜੇ ਉਹ ਇਸ ਤਰ੍ਹਾਂ ਹੋ ਰਿਹਾ, ਇੱਕ ਤਾਂ ਜਿਹੜਾ ਹੈਗਾ ਬੱਚੇ ਦੀ ਜਿਹੜੀ ਫੈਮਿਲੀ ਹੈਗੀ ਆ ਉਹਦਾ ਕੋਈ ਵੀ ਮੈਂਬਰ ਜੀ ਉਹਦੀ ਰਿਪੋਰਟਿੰਗ ਕਰ ਸਕਦਾ ਅਥਾਰਟੀਜ਼ ਨੂੰ ਜੀ, ਕਿ ਬੱਚੇ ਦੇ ਨਾਲ ਇਸ ਤਰ੍ਹਾਂ ਜਿਹੜੀ ਹੈਗੀ ਆ ਉਹਦੀ ਸਹੀ ਦੇਖਭਾਲ ਨਹੀਂ ਹੋ ਰਹੀ। ਤੇ ਫਿਰ ਕੋਈ ਗੁਆਂਢੀ ਜਾਂ ਫਰੈਂਡ ਦੋਸਤ ਵੀ ਕੋਈ ਕਰ ਸਕਦਾ। ਹਾਂਜੀ। ਤੇ ਜਾਂ ਫਿਰ ਜਿਹੜੇ ਆ ਬੱਚੇ ਦਾ ਸਕੂਲ, ਹਾਂਜੀ, ਉਹ ਵੀ ਕਰ ਸਕਦੇ ਆ। ਤੇ ਜੇ ਮੰਨ ਲਓ ਕਿ ਬੱਚੇ ਨੂੰ ਫਿਰ ਜੇ ਕੋਈ ਸੱਟ ਚੋਟ ਲੱਗੀ ਆ ਜਾਂ ਕਿਸੇ ਤਰ੍ਹਾਂ ਜਿਹੜਾ ਬੱਚਾ ਹੈਗਾ ਆ, ਬੱਚੇ ਦੇ ਉੱਤੇ ਉਹ ਆਮ ਜਿਹੜਾ ਬੱਚਾ ਹੈਗਾ ਆ ਉਹ ਬੱਚਿਆਂ ਦੀ ਤਰ੍ਹਾਂ ਨਹੀਂ ਹੈਗਾ, ਹਾਂਜੀ, ਤੇ ਉਹਨੂੰ ਡਾਕਟਰ ਦੇ ਕੋਲ ਲੈ ਕੇ ਲੈ ਜਾਂਦੇ ਆ। ਤੇ ਜੇ ਫਿਰ ਡਾਕਟਰ ਇਹ ਗੱਲ ਅਸੈਸ ਕਰੇ, ਦੇਖੇ ਕਿ ਵੀ ਇਹ ਤਾਂ ਜਿਹੜਾ ਬੱਚਾ ਹੈਗਾ ਵੀ ਜਾਂ ਤਾਂ ਇਹ ਬੱਚਾ ਵਿਦਡਰੋਨ ਆ, ਸਹੀ ਗੱਲ ਨਹੀਂ ਕਰ ਰਿਹਾ, ਜਾਂ ਆਪਣੀ ਉਮਰ ਦੇ ਮੁਤਾਬਕ ਬੱਚਾ ਪਾਲ ਨਹੀਂ ਰਿਹਾ, ਹਾਂਜੀ,
ਤੇ ਖੇਲ ਕੁੱਦ ਨਹੀਂ ਰਿਹਾ ਤੇ ਜਾਂ ਬੱਚੇ ਦੇ ਨੀਲ ਪਏ ਹੋਆ ਜਾਂ ਹੋਰ ਕੋਈ ਸੱਟ ਚੋਟ ਲੱਗੀ ਹੋਆ ਜੀ, ਤੇ ਫਿਰ ਉਹ ਜਿਹੜਾ ਡਾਕਟਰ ਹੈਗਾ ਉਹ ਵੀ ਅਥਾਰਟੀਜ਼ ਨੂੰ ਇਨਵੋਲਵ ਕਰ ਸਕਦਾ ਤੇ ਇਕੱਲਾ ਉਹ ਇਹ ਨਹੀਂ ਗਾ ਕਿ ਜਿਹੜੀ ਅਥਾਰਟੀਜ਼ ਨੂੰ ਇਨਵੋਲਵ ਕਰ ਸਕਦਾ, ਉਹ ਪੁਲਿਸ ਨੂੰ ਵੀ ਦੱਸ ਸਕਦਾ ਹਾਂਜੀ ਕਿ ਜੇ ਉਹ ਕ੍ਰਿਮੀਨਲ ਕੇਸ ਜਿਹੜਾ ਕੋਈ ਬਣਦਾ ਹੈਗਾ ਤੇ ਜਾਂ ਫਿਰ ਜੇ ਸਕੂਲ ਦੇ ਟੀਚਰ ਕੋਈ ਬੱਚੇ ਦੇ ਉੱਤੇ ਸੱਟ ਚੋਟ ਲੱਗੀ ਦੇਖਦੇ ਹੈਗੇ ਆ ਹਾਂਜੀ ਤੇ ਜਾਂ ਫਿਰ ਬੱਚਾ ਸਕੂਲ ਦੇ ਵਿੱਚ ਚੁੱਪਚਾਪ ਰਹਿਣ ਲੱਗ ਪਿਆ ਜਿਹੜਾ ਕਿ ਆਮ ਕਰਕੇ ਨਹੀਂ ਹੁੰਦਾ ਜਾਂ ਆਪਣੀ ਉਮਰ ਦੇ ਮੁਤਾਬਕ ਉਹ ਨਹੀਂ, ਤੇ ਜਾਂ ਫਿਰ ਜੇ ਕੋਈ ਜਿਹੜੀ ਪੁਲਿਸ ਹੈਗੀ ਆ ਕੋਈ ਇਸ ਤਰ੍ਹਾਂ ਦਾ ਕ੍ਰਿਮੀਨਲ ਕੇਸ ਹੋਵੇ ਜਾਂ ਹੋਰ ਕੋਈ ਕੇਸ ਹੋਵੇ ਤਾਂ ਜਿਹੜੇ ਪੁਲਿਸ ਵਾਲੇ ਵੀ ਕਰ ਸਕਦੇ ਆ, ਤੇ ਜਾਂ ਹੋਰ ਜਿਹੜੀਆਂ ਬੱਚਿਆਂ ਦੀਆਂ ਆਰਗੇਨਾਈਜੇਸ਼ਨਾਂ ਹੈਗੀਆਂ ਜਿੱਦਾਂ NSPCC ਆਰਗੇਨਾਈਜੇਸ਼ਨ ਹੈਗੀ ਆ ਜੀ, ਤੇ ਉਹ ਵੀ ਜਿਹੜੀ ਆ ਉਹ ਰਿਪੋਰਟਿੰਗ ਕਰ ਸਕਦੇ ਆ। ਤੇ ਜਿਸ ਵੇਲੇ ਫਿਰ ਜਿਹੜੀ ਇਹ ਨਵਦੀਪ ਜੀ ਸਾਰੀ ਰਿਪੋਰਟਿੰਗ ਆਉਂਦੀ ਹੈ ਤਾਂ ਉਹ ਐਨ ਚੰਗੀ ਤਰ੍ਹਾਂ ਡੂੰਘਾਈ ਦੇ ਵਿੱਚ ਉਹਦੀ ਘੋਖ ਪੜਤਾਲ ਕਰਦੇ ਆ ਤਾਂ ਉਹਦੇ ਆਪਣੇ ਆਪਣੇ ਪ੍ਰੋਸੀਜਰ ਹੈਗੇ ਆ, ਤੌਰ ਤਰੀਕੇ ਹੈਗੇ ਆ ਕਿ ਕਿਹੜੇ ਸਿੱਟੇ ਦੇ ਉੱਤੇ ਅਸੀਂ ਪਹੁੰਚਣਾ ਆ। ਤਾਂ ਉਹਨਾਂ ਨੇ ਫਿਰ ਇਸ ਚੀਜ਼ ਦਾ ਪਤਾ ਲਾਉਣਾ ਹੁੰਦਾ ਕਿ ਜੇ ਮੰਨ ਲਓ ਕਿ ਸੱਟ ਚੋਟ ਲੱਗੀ ਆ, ਉਹ ਸੱਟ ਚੋਟ ਲੱਗੀ ਕਿੱਦਾਂ, ਤਾਂ ਉਹਦੇ ਵਿੱਚ ਫਿਰ ਓਬਵੀਅਸਲੀ ਉਹ ਪੇਰੈਂਟਸ ਨੂੰ ਪੁੱਛਣਗੇ ਤਾਂ ਜੇ ਬੱਚਾ ਦੱਸ ਸਕਦਾ ਬੱਚੇ ਨੂੰ ਵੀ ਪੁੱਛਣਗੇ ਤਾਂ ਜੇ ਸਕੂਲ ਦੇ ਵਿੱਚ ਨੋਟਿਸ ਕੀਤਾ ਜਾਂਦਾ ਤੇ ਡਿਪੈਂਡ ਕਰਦਾ ਕਿ ਉਹਦੀ ਗੰਭੀਰਤਾ ਕਿੰਨੀ ਕੁ ਹੈਗੀ ਆ ਤਾਂ ਉਹ ਫਿਰ ਜਿਹੜੇ ਬੱਚੇ ਵੀ ਆ ਉਹ ਮਾਪਿਆਂ ਨੂੰ ਬੁਲਾ ਕੇ ਸੱਦ ਕੇ ਪੁੱਛ ਸਕਦੇ ਆ ਕਿ ਇਹ ਜਿਹੜੀ ਹੈਗੀ ਆ ਇਹ ਕੀ ਹੋ ਰਿਹਾ, ਇਸ ਤਰ੍ਹਾਂ ਦੀ ਜਿਹੜੀ ਸੱਟ ਚੋਟ ਹੈਗੀ ਆ ਜਾਂ ਬੱਚਿਆਂ ਦੇ ਨਾਲ ਕੋਈ ਵੀ ਜਿਹੜੀ ਉਹਨਾਂ ਦੀ ਨੋਰਮਲ ਇਨਵਾਇਰਨਮੈਂਟ ਤੋਂ ਉਹ ਅੱਡ ਗੱਲ ਹੈਗੀ ਤਾਂ ਉਹਦੀ ਤਫਤੀਸ਼ ਜ਼ਰੂਰ ਕਰਨਗੇ। ਜੀ ਬਿਲਕੁਲ, ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਸਾਡੇ ਸਕੂਲ ਹੈਗੇ ਆ, ਡਾਕਟਰ ਹੈਗੇ ਆ, ਸੋਸ਼ਲ ਸਰਵਿਸਿਜ਼ ਦਾ ਤਾਂ ਹੈ ਹੀ, ਜਿਹੜੇ ਸੋਸ਼ਲ ਵਰਕਰ ਹੈਗੇ ਖਾਸ ਕਰਕੇ ਜੀ, ਤੇ ਹੋਰ ਵੀ ਜਿਹੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਉਹਨਾਂ ਦੀ ਇਹ ਟ੍ਰੇਨਿੰਗ ਦਾ ਹਿੱਸਾ ਹੁੰਦਾ ਕਿ ਉਹ ਬੱਚਿਆਂ ਦੇ ਵਿੱਚ ਕਿਹੜੇ ਚਿੰਨ੍ਹ ਜਿਹੜੇ ਹੈਗੇ ਆ ਉਹ ਪ੍ਰਗਟ ਹੁੰਦੇ ਆ ਕਿ ਜਿਨ੍ਹਾਂ ਤੋਂ ਉਹਨਾਂ ਨੂੰ ਕੋਈ ਹਿੰਟ ਮਿਲਦਾ ਕਿ ਜਿਨ੍ਹਾਂ ਤੋਂ ਉਹਨਾਂ ਨੂੰ ਲੱਗਦਾ ਕਿ ਬੱਚੇ ਦੀ ਜਾਂ ਤਾਂ ਦੇਖਭਾਲ ਚੰਗੀ ਤਰ੍ਹਾਂ ਨਹੀਂ ਹੋ ਰਹੀ ਜਾਂ ਬੱਚੇ ਦੀ ਕੁੱਟਮਾਰ ਹੋ ਰਹੀ ਆ। ਸੋ ਕਿ ਇਹਦੇ ਵਿੱਚ ਇਹ ਵੀ ਹੈਗਾ ਕਿ ਜੇ ਤੁਸੀਂ ਬੱਚੇ ਦਾ ਪੂਰੀ ਤਰ੍ਹਾਂ ਧਿਆਨ ਨਹੀਂ ਰੱਖਦੇ ਜਾਂ ਮੰਨ ਲਓ ਕਿ ਬੱਚੇ ਨੂੰ ਖਾਣਾ ਨਹੀਂ ਦੇਣਾ ਜਾਂ ਬੱਚੇ ਦੀ ਜਿਹੜੀ ਪਰਸਨਲ ਹਾਈਜੀਨ ਹੈਗੀ ਆ, ਬੱਚੇ ਦੀ ਸਾਫ਼ ਸਫਾਈ ਆ, ਉਹਦਾ ਧਿਆਨ ਨਹੀਂ ਦੇਣਾ, ਬੱਚੇ ਦੇ ਕੋਲ ਚੰਗੇ ਕੱਪੜੇ ਨਾ ਹੋਣਾ ਜਾਂ ਰਾਜਮਾ ਖਾਣਾ ਨਾ ਮਿਲਣਾ, ਕਿ ਇਹ ਵੀ ਜਿਹੜਾ ਨਿਗਲੈਕਟ ਦੇ ਵਿੱਚ ਇਹ ਗੱਲਾਂ ਸਾਰੀਆਂ ਸ਼ਾਮਲ ਹੁੰਦੀਆਂ ਜਾਂ ਸਿਰਫ ਇਕੱਲਾ ਇਹੀ ਆ ਕਿ ਅਗਰ ਮਾਂ-ਬਾਪ ਜਿਹੜੇ ਹੈਗੇ ਉਹ ਕੁੱਟਮਾਰੇ ਕਰਦੇ ਆ ਜਾਂ ਬੱਚੇ ਨੂੰ ਡਰਾਉਂਦੇ ਧਮਕਾਉਂਦੇ ਹੀ ਆ, ਸਿਰਫ ਉਹੀ ਗੱਲ ਹੁੰਦੀ ਆ? ਬਿਲਕੁਲ, ਇਹ ਨਵਦੀਪ ਜੀ ਇਕੱਲਾ ਇਹੀ ਗੱਲ ਨਹੀਂ ਇਹਦੇ ਵਿੱਚ ਆਉਂਦੀ। ਜਿਹੜੀ ਬੱਚੇ ਦੀ ਅਬਿਊਜ਼ ਹੈਗੀ ਆ, ਜਿਸ ਤਰ੍ਹਾਂ ਸੈਕਸ਼ੂਅਲ ਅਬਿਊਜ਼ ਵੀ ਹੋ ਸਕਦੀ ਆ, ਬੱਚੇ ਦੀ ਫਿਜ਼ੀਕਲ ਅਬਿਊਜ਼ ਵੀ ਹੋ ਸਕਦੀ ਆ, ਤੇ ਬੱਚੇ ਦੀ ਜਿਹੜੀ ਹੈਗੀ ਆ ਮੈਂਟਲ ਅਬਿਊਜ਼ ਵੀ ਹੋ ਸਕਦੀ ਆ। ਹੁਣ ਮੰਨ ਲਓ ਕਿ ਜੇ ਬੱਚੇ ਨੂੰ ਜ਼ਿਆਦਾ ਝਿੜਕਿਆ ਜਾ ਰਿਹਾ ਘਰ ਦੇ ਵਿੱਚ ਤੇ ਜਾਂ ਬੱਚੇ ਨੂੰ ਜਿਹੜਾ ਹੈਗਾ ਘੂਰਿਆ ਜ਼ਿਆਦਾ ਜਾ ਰਿਹਾ ਤੇ ਜਿਹੜਾ ਕਿ ਆਪਣੇ ਨੋਰਮਲ ਸਮਾਜ ਦੇ ਵਿੱਚ ਆਮ ਤਾਂ ਇਸ ਤਰ੍ਹਾਂ ਹੀ ਹੁੰਦਾ ਕਿ ਬੱਚੇ ਨੂੰ ਤੁਸੀਂ ਝਿੜਕਾ ਮਾਰੋ ਤੇ ਜਾਂ ਫਿਰ ਜੇ ਕੋਈ ਬੱਚਾ ਇੱਥੋਂ ਤੱਕ ਵੀ ਹੋ ਜਾਂਦਾ ਕਿ ਜੇ ਕੋਈ ਬੱਚਾ ਸਵਾਲ ਪੁੱਛਦਾ ਤਾਂ ਉਹਨੂੰ ਕਹਿ ਦੇਣਾ ਕਿ ਤੈਨੂੰ ਇਸ ਗੱਲ ਦਾ ਵੀ ਨਹੀਂ ਪਤਾ। ਇਹ ਜਿਹੜੀ ਇਹ ਸਿਚੁਏਸ਼ਨ ਆ ਨਵਦੀਪ ਜੀ, ਜਿੱਦਾਂ ਹੁਣ ਕਈ ਗੱਲਾਂ ਤੋਂ ਇਹ ਪੈਦਾ ਹੋ ਜਾਂਦੀਆਂ ਤੇ ਸਾਨੂੰ ਜਿਸ ਤਰ੍ਹਾਂ ਹੁਣ ਜੇ ਮੈਂ ਫਿਰ ਜ਼ਿਕਰ ਕਰਾਂ ਕਿ ਜਿਹੜੇ ਮਾਹੌਲ ਦੇ ਵਿੱਚੋਂ ਅਸੀਂ ਮੁਲਕਾਂ ਦੇ ਵਿੱਚੋਂ ਪਿੱਛੋਂ ਆਏ ਹੈਗੇ ਆ, ਉੱਥੇ ਜਿਹੜੇ ਬੱਚਿਆਂ ਨੂੰ ਇੰਨੇ ਅਹਿਮ ਨਹੀਂ ਸੀ ਮੰਨਿਆ, ਉਹਨਾਂ ਨੂੰ ਇੰਨੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ ਤੇ ਕਿ ਬੱਚੇ ਜੀ ਸਵਾਲ ਨਾ ਪੁੱਛਣ, ਚੁੱਪ ਰਹਿਣ, ਚੁੱਪ ਕਰਕੇ ਜੋ ਕੁਝ ਦੱਸਿਆ ਜਾਂਦਾ ਉਹੋ ਹੀ ਕਰਨ। ਲੇਕਿਨ ਇਸ ਮੁਲਕ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਹ ਵਾਈ ਵੈਨ ਵੈਰ ਵਗੈਰਾ ਉਹ ਪੁੱਛਦੇ ਆ ਕਿ ਜੋ ਕੁਝ ਹੋ ਰਿਹਾ ਉਹ ਕਿਉਂ ਹੋ ਰਿਹਾ, ਕਾਹਤੇ ਹੋ ਰਿਹਾ, ਕਿੱਥੇ ਹੋ ਰਿਹਾ, ਤੇ ਉਹ ਬੱਚੇ ਸਾਰੀਆਂ ਚੀਜ਼ਾਂ ਦੇ ਬਾਰੇ ਸਵਾਲ ਕਰਦੇ ਆ। ਤੇ ਬਹੁਤੀ ਵਾਰੀ ਮਾਪਿਆਂ ਦੇ ਕੋਲ ਉਹ ਟਾਈਮ ਹੀ ਨਹੀਂ ਹੁੰਦਾ ਕਿ ਉਹ ਜਿਹੜੀ ਹੈਗੀ ਆ ਉਹ ਇਹਨਾਂ ਗੱਲਾਂ ਵੱਲ ਧਿਆਨ ਦੇਣ ਤੇ ਅਸੀਂ ਫਿਰ ਉੱਥੇ ਬੱਚਿਆਂ ਦੀ ਜਿਹੜੀ ਜ਼ਰੂਰਤ ਹੁੰਦੀ ਉਸ ਨੂੰ ਅਸੀਂ ਨਿਗਲੈਕਟ ਕਰ ਦਿੰਦੇ ਹਾਂ ਜਦੋਂ ਕਿ ਇਹ ਜ਼ਰੂਰੀ ਹੈਗੀ ਹੈ ਕਿ ਬੱਚੇ ਦੀ ਹਰੇਕ ਤਰ੍ਹਾਂ ਦੀ ਜਿਹੜੀ ਲੋੜ ਹੈਗੀ ਆ, ਜਿਹੜੀ ਵਾਜਿਬ ਲੋੜ ਹੈਗੀ ਆ, ਉਹ ਪੂਰੀ ਕੀਤੀ ਜਾਵੇ। ਬਿਲਕੁਲ। ਤੇ ਇੱਕ ਮੈਂ ਨਵਦੀਪ ਜੀ ਇਹ ਵੀ ਦੇਖਿਆ ਕਿ ਜਿਸ ਤਰ੍ਹਾਂ ਹੁਣ ਜਦੋਂ ਅਸੀਂ ਬੱਚੇ ਸੀ ਅਸੀਂ ਜਾਂ ਹੋਰ ਬੱਚਿਆਂ ਨੂੰ ਦੇਖਦੇ ਸੀਗੇ, ਸਾਡੇ ਕੋਲ ਉੱਥੇ ਕੀ ਹੁੰਦਾ ਸੀ, ਸਾਡੇ ਕੋਲ ਤੇ ਇੱਕ ਜਿਸ ਤਰ੍ਹਾਂ ਮੰਜੇ ਦੇ ਨਾਲ
ਤੌਲੀਆ ਬੰਨ੍ਹ ਕੇ ਜਾਂ ਚਾਦਰ ਬੰਨ੍ਹ ਕੇ ਉਹਦਾ ਝੂੜਾ ਬਣ ਜਾਂਦਾ ਸੀ। ਹਾਂਜੀ। ਤੇ ਜਾਂ ਅਸੀਂ ਸਾਈਕਲ ਦੇ ਪੜੂਏ ਦਾ ਗਟੀਰਨਾ ਬਣਾਉਣਾ। ਹਾਂਜੀ ਹਾਂਜੀ। ਤੇ ਉਹਨੂੰ ਅਸੀਂ ਡੰਡੇ ਦੇ ਨਾਲ ਰੋੜਨਾ ਤੇ ਉਹਦੇ ਨਾਲ ਖੇਲਣਾ। ਹਾਂਜੀ। ਤੇ ਜਾਂ ਅਸੀਂ ਪੇਪਰ ਦੀ ਖੁੱਦ ਬਣਾ ਕੇ ਤਾਂ ਇਲਾਸਟਿਕ ਬੈਂਡ ਪਾ ਕੇ ਹਾਂਜੀ ਤੇ ਉਹਨਾਂ ਦੇ ਨਾਲ ਖੇਲਣਾ। ਤੇ ਜਾਂ ਗੀਟੀਆਂ ਹੋ ਗਈਆਂ ਜਾਂ ਈਵਨ ਪੱਥਰ ਹੋ ਗਏ, ਕੌਡੀਆਂ ਹੋ ਗਈਆਂ। ਮਤਲਬ ਉਹ ਉਸ ਮਾਹੌਲ ਦੇ ਵਿੱਚ ਉੱਥੇ ਮੁਲਕਾਂ ਦੇ ਵਿੱਚ ਇੱਦਾਂ ਦੇ ਹੁੰਦੇ ਸੀ ਜੀ। ਹੁਣ ਮੈਂ ਵੀ ਇਹ ਦੇਖਿਆ ਕਿ ਕਈ ਵਾਰੀ ਜੇ ਕੋਈ ਅਥਾਰਟੀ ਦੇ ਜਿੱਦਾਂ ਹੁਣ ਕਹਿ ਲਓ ਕਿ ਸੋਸ਼ਲ ਵਰਕਰ ਹੈਗਾ, ਉਹ ਕਿਸੇ ਘਰ ਜਾਂਦੇ ਆ। ਹਾਂਜੀ। ਤਾਂ ਉੱਥੇ ਉਹ ਘਰ ਦੇ ਵਿੱਚ ਦੇਖਦੇ ਆ ਵੀ ਉੱਥੇ ਤਾਂ ਘਰ ਦੇ ਵਿੱਚ ਖਿਡੌਣੇ ਹੀ ਹੈ ਨਹੀਂ। ਹਾਂ। ਜਿਹੜੇ ਕਿ ਆਮ ਜਿੱਦਾਂ ਇਸ ਮੁਲਕ ਦੇ ਵਿੱਚ ਜਿਸ ਤਰ੍ਹਾਂ ਕਹਿ ਲਓ ਕਿ ਜੇ ਅਸੀਂ ਕਹੀਏ ਕਿ ਇੱਕ ਗੋਰਿਆਂ ਦੀ ਇਨਵਾਇਰਨਮੈਂਟ 'ਚ ਹੋਣੇ ਚਾਹੀਦੇ ਆ, ਤੇ ਕਈ ਵਾਰੀ ਉਹ ਤਾਂ ਧਾਰਨਾ ਇੱਕ ਘੜ ਲੈਂਦੇ ਆ ਕਿ ਬੱਚੇ ਦੇ ਕੋਲ ਖਿਡੌਣੇ ਹੈ ਨਹੀਂ ਤਾਂ ਬੱਚਾ ਵਧੀਆ ਮਾਹੌਲ ਦੇ ਵਿੱਚ ਨਹੀਂ ਪਲ ਰਿਹਾ ਜੀ। ਤੇ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਜਿਹੜੀ ਉਹ ਧਾਰਨਾ ਘੜਨੀ ਉਹ ਗਲਤ ਹੋਵੇਗੀ ਕਿ ਕਰਕੇ ਬੱਚੇ ਦੇ ਕੋਲ ਖਿਡੌਣੇ ਹੈ ਨਹੀਂ ਤਾਂ ਬੱਚੇ ਦੀ ਉਹ ਸਹੀ ਲੁੱਕ ਆਫਟਰ ਕੀਤੀ ਨਹੀਂ ਜਾ ਸਕਦੀ। ਹਾਂਜੀ। ਸੋ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰੀ ਜਿਹੜੀਆਂ ਹੈਗੀਆਂ ਸਾਡੀਆਂ ਕਲਚਰਲੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਅਸੀਂ ਜਿਹੜੇ ਮਾਹੌਲ ਦੇ ਵਿੱਚ ਰਹਿੰਦੇ ਹਾਂ, ਤੇ ਜੇ ਹੁਣ ਉਹ ਅਥਾਰਟੀਜ਼ ਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ। ਹਾਲਾਂਕਿ ਅੱਜ ਕੱਲ੍ਹ ਤਾਂ ਜਿਹੜੇ ਹੈਗੇ ਆ ਜਿੱਦਾਂ ਸੋਸ਼ਲ ਵਰਕਰਸ ਕਹਿ ਲਓ, ਹਾਂਜੀ, ਜਾਂ ਡਾਕਟਰਸ ਕਹਿ ਲਓ, ਤੇ ਜਾਂ ਪੁਲਿਸ ਵਾਲੇ ਜਾਂ ਹੋਰ ਜਿਹੜੇ ਵੀ ਇਸ ਬੱਚੇ ਦੀ ਸੇਫ ਗਾਰਡਿੰਗ ਦੇ ਪਾਰਟਨਰਸ਼ਿਪ ਹੁੰਦੇ ਆ ਜੁੜੇ ਆ, ਉਹਨਾਂ ਨੂੰ ਅੱਜ ਕੱਲ੍ਹ ਟ੍ਰੇਨਿੰਗ ਹੁੰਦੀ ਆ ਟੂ ਲਰਨ ਕਿ ਜਿਹੜੇ ਕਲਚਰਲ ਕੀ ਇਨਡਿਫਰੈਂਸਿਸ ਹੈਗੀਆਂ। ਹਾਂਜੀ। ਤਾਂ ਉਹਦੇ ਮੁਤਾਬਕ ਕੋਸ਼ਿਸ਼ ਕਰਦੇ ਉਹ ਕੰਮ ਕਰਨ। ਪਰ ਫਿਰ ਵੀ ਜਿਹੜੇ ਸਾਰੇ ਉਹ ਪਾਰਟਨਰ ਹੁੰਦੇ ਆ ਉਹ ਐਟ ਦੀ ਐਂਡ ਆਫ ਦ ਡੇ ਹਿਊਮਨ ਬੀਇੰਗਸ ਹੈਗੇ ਆ, ਤਾਂ ਉਹਨਾਂ ਤੋਂ ਵੀ ਬਹੁਤ ਵਾਰੀ ਸਮਝਣ ਦੇ ਵਿੱਚ ਗਲਤੀਆਂ ਹੋ ਜਾਂਦੀਆਂ। ਹਾਂਜੀ। ਇਹਦੇ ਵਿੱਚ ਮੇਰਾ ਖਿਆਲ ਜਿਹੜਾ ਕਮਿਊਨੀਕੇਸ਼ਨ ਆ, ਗੱਲਬਾਤ ਆ, ਉਹਦਾ ਬਹੁਤ ਵੱਡਾ ਹਿੱਸਾ ਹੁੰਦਾ ਜੀ। ਕਿ ਤੁਸੀਂ ਅਗਰ ਕਿਸੇ ਕਾਰਨ ਕਰਕੇ ਕੋਈ ਇੱਦਾਂ ਦੀ ਸਿਚੁਏਸ਼ਨ ਅਰਾਈਜ਼ ਹੁੰਦੀ ਆ, ਇੱਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਆ ਜਿੱਥੇ ਸੋਸ਼ਲ ਸਰਵਿਸਿਜ਼ ਵਾਲੇ ਆਉਂਦੇ ਆ ਜਾਂ ਕੋਈ ਹੋਰ ਏਜੰਸੀ ਆਉਂਦੀ ਆ ਜਿਹੜਾ ਉਹ ਅਸੈਸਮੈਂਟ ਕਰਨਾ ਚਾਹੁੰਦੀ ਆ, ਆਮ ਕਰਕੇ ਸਾਡੇ ਪਰਿਵਾਰਾਂ ਦਾ ਇਹ ਹੁੰਦਾ ਕਿ ਨਹੀਂ ਜੀ ਅਸੀਂ ਤਾਂ ਰੌਲਾ ਪਾ ਲੈਣਾ, ਅਸੀਂ ਉੱਚੀ ਉੱਚੀ ਬੋਲਣ ਲੱਗ ਪੈਣਾ, ਅਸੀਂ ਉਹਨਾਂ ਨੂੰ ਕਹਿਣਾ ਤੁਹਾਨੂੰ ਸਮਝ ਨਹੀਂ ਹੈ, ਸਾਡਾ ਬੱਚਾ ਆ, ਅਸੀਂ ਜੋ ਕੁਛ ਮਰਜ਼ੀ ਕਰੀਏ। ਸੋ ਇੱਦਾਂ ਦਾ ਸਾਡਾ ਜਿਹੜਾ ਵਤੀਰਾ ਆ ਉਹ ਸਾਹਮਣੇ ਆਉਂਦਾ ਜੀ। ਸੋ ਮੈਨੂੰ ਇਹ ਲੱਗਦਾ ਕਿ ਇਹ ਵਤੀਰਾ ਕੋਈ ਬਹੁਤਾ ਮਦਦਗਾਰ ਨਹੀਂ ਹੁੰਦਾ। ਬਿਲਕੁਲ ਹੀ ਨਵਦੀਪ ਜੀ। ਜਿਸ ਤਰ੍ਹਾਂ ਹੁਣ ਜਿਹੜਾ ਹੈਗਾ ਆ ਏਸ਼ੀਅਨ ਸੋਚ ਦੇ ਮੁਤਾਬਕ, ਹਾਂਜੀ, ਬਹੁਤੇ ਲੋਕ ਇਹ ਸੋਚਦੇ ਆ ਕਿ ਇਹ ਮੇਰਾ ਬੱਚਾ, ਮੈਂ ਜਿੱਦਾਂ ਮਰਜ਼ੀ ਇਹਨੂੰ ਕਰਾਂ, ਜਿੱਦਾਂ ਮਰਜ਼ੀ ਮੈਂ ਪਾਲਾਂ ਜੀ, ਤੇ ਮੈਂ ਇਹਨੂੰ ਕੁੱਟਾਂ ਜਾਂ ਮਾਰਾਂ ਜਾਂ ਮੈਂ ਇਹਨੂੰ ਝਿੜਕਾਂ, ਮੇਰਾ ਬੱਚਾ, ਇਹਦੇ ਵਿੱਚ ਕਿਸੇ ਦਾ ਕੋਈ ਰੌਲਾ ਨਹੀਂ। ਹਾਂਜੀ। ਲੇਕਿਨ ਇਹ ਜਿਹੜੀ ਧਾਰਨਾ ਹੈਗੀ ਹੈ ਧਾਰਨੀ ਉਹ ਗਲਤ ਆ। ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਹਦੇ ਵਿੱਚ ਜਿਹੜਾ ਹੈਗਾ ਆ ਬੱਚੇ ਦੀ ਦੇਖਭਾਲ ਕਰਨੀ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਸ ਵੇਲੇ ਬੱਚਾ ਛੋਟਾ ਹੁੰਦਾ ਉਸ ਵੇਲੇ ਜਿਹੜੇ ਹੈਲਥ ਵਿਜ਼ਿਟਰਸ ਹੈਗੇ ਆ, ਹਾਂਜੀ, ਤੇ ਉਹ ਤੁਹਾਡੇ ਘਰ ਆ ਕੇ ਉਹ ਬੱਚੇ ਦੀ ਪਰਵਰਿਸ਼ ਦੇ ਵਿੱਚ ਪੂਰਾ ਉਹ ਹਿੱਸੇਦਾਰ ਹੁੰਦੇ ਆ। ਬਿਲਕੁਲ। ਕਿ ਉਹ ਦੱਸਦੇ ਹੈਗੇ ਆ ਕਿ ਇਹਨੂੰ ਇਸ ਤਰ੍ਹਾਂ ਦੁੱਧ ਪਿਲਾਇਆ ਜਾਵੇ ਜਾਂ ਇੱਦਾਂ ਸੌਣਾ ਚਾਹੀਦਾ, ਹਾਂਜੀ, ਜਾਂ ਇੱਦਾਂ ਜਿਹੜਾ ਹੈਗਾ ਬੱਚੇ ਨੂੰ ਚੁੱਕਣਾ ਚਾਹੀਦਾ, ਜਾਂ ਫਿਰ ਉਹਦੀ ਜਿਹੜੀ ਹੈਗੀ ਬੱਚੇ ਦੇ ਉਹ ਟੀਕੇ ਵਗੈਰਾ ਲੱਗਦੇ ਹੈਗੇ ਆ, ਹਾਂਜੀ, ਤਾਂ ਜਾਂ ਬੱਚੇ ਨੂੰ ਕੋਈ ਕਿਸੇ ਗੱਲ ਕਰਕੇ ਬਿਮਾਰ ਹੋ ਜਾਂਦਾ ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹ ਡੀਲ ਕਰਦੇ ਆ। ਸੋ ਉੱਥੋਂ ਤੋਂ ਲੈ ਕੇ ਜਿਹੜੀ ਜਿਸ ਤਰ੍ਹਾਂ ਹੁਣ ਹੈਲਥ ਸਰਵਿਸ ਉਹਦੇ ਵਿੱਚ ਸ਼ਾਮਿਲ ਹੁੰਦੀ ਆ ਬੱਚੇ ਦੀ ਦੇਖਭਾਲ ਕਰਨ ਦੇ ਵਿੱਚ। ਠੀਕ ਆ। ਉਸ ਦੇ ਨਾਲ ਹੀ ਜਿਸ ਵੇਲੇ ਬੱਚਾ ਹੌਲੀ ਹੌਲੀ ਵੱਡਾ ਹੁੰਦਾ, ਹਾਂਜੀ, ਤਾਂ ਜਿਹੜੇ ਬਾਕੀ ਦੀਆਂ ਪਾਰਟਨਰ ਏਜੰਸੀਜ਼ ਹੈਗੀਆਂ, ਹਾਂਜੀ, ਜਿਸ ਤਰ੍ਹਾਂ ਸਕੂਲ ਵਾਲੇ ਹੋ ਗਏ, ਡਾਕਟਰ ਵਾਲੇ ਹੋ ਗਏ, ਹਾਂਜੀ, ਤੇ ਜਾਂ ਫਿਰ ਸੋਸ਼ਲ ਸਰਵਿਸਿਜ਼ ਹੈਗੇ, ਉਹ ਬੱਚੇ ਦੇ ਵੈਲਫੇਅਰ ਦੇ ਵਿੱਚ ਉਹ ਇਨਵੋਲਵ ਹੁੰਦੇ ਆ ਜੀ। ਤੇ ਜੇ ਹੁਣ ਅਸੀਂ ਇਹ ਸੋਚ ਕੇ ਬੈਠੀਏ ਕਿ ਮੇਰਾ ਬੱਚਾ, ਮੈਂ ਚਾਹੇ ਇਹਦੇ ਥੱਪੜ ਮਾਰਾਂ, ਚਾਹੇ ਮੈਂ ਇਹਨੂੰ ਝਿੜਕਾਂ, ਤੇ ਜਾਂ ਮੈਂ ਜੋ ਕੁਝ ਮੇਰੀ ਮਰਜ਼ੀ, ਮੇਰਾ ਬੱਚਾ, ਹਾਂਜੀ, ਜਿੱਦਾਂ ਮਰਜ਼ੀ ਕਰਾਂ, ਤੇ ਜੇ ਫਿਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਫਿਰ ਇਸ ਮੁਲਕ ਦੇ ਵਿੱਚ ਹਰੇਕ ਬੱਚੇ ਦਾ ਅਧਿਕਾਰ ਹੈ ਕਿ ਉਹਨੂੰ ਸਹੀ ਐਜੂਕੇਸ਼ਨ ਮਿਲੇ। ਹਾਂਜੀ। ਹਰੇਕ ਬੱਚੇ ਦਾ ਅਧਿਕਾਰ ਹੈ ਕਿ ਉਹ ਬੱਚਾ ਖੁਸ਼ ਮਾਹੌਲ ਦੇ ਵਿੱਚ ਪਲੇ, ਹਾਂਜੀ, ਤਾਂ ਉਹਨੂੰ ਖੇਡ ਕੁੱਦ ਵਾਲਾ ਮਾਹੌਲ ਮਿਲੇ। ਹਾਂਜੀ। ਸੋ ਇਸ ਤਰ੍ਹਾਂ ਦੀ ਜਿਹੜੀ ਖੁਸ਼ਹਾਲ ਐਜੂਕੇਸ਼ਨਲ ਭਰਪੂਰ ਜਿਹੜਾ ਹੈਗਾ ਆ ਜੀਵਨ ਬਤੀਤ ਕਰਨੇ ਦੇ ਵਿੱਚ, ਤਾਂ ਗਿਆਨ ਹਾਸਲ ਕਰਨੇ ਦੇ ਵਿੱਚ ਉਹ ਬੱਚਿਆਂ ਦਾ ਹੱਕ ਹੈਗਾ। ਹਾਂਜੀ। ਤੇ ਜੇ ਹੁਣ ਅਸੀਂ ਇਹੀ ਸੋਚੀਏ ਕਿ ਮਾਪਿਆਂ ਦਾ ਇਕੱਲਾ ਅਧਿਕਾਰ ਹੈਗਾ, ਹੁਣ ਕਈ ਬੱਚੇ, ਕਈ ਜਿਹੜੇ ਮਾਪੇ ਹੈਗੇ ਆ
ਉਹ ਬੱਚਿਆਂ ਨੂੰ ਪੜ੍ਹਾ ਵੀ ਸਕਦੇ ਆ, ਹਾਂਜੀ ਬੱਚਿਆਂ ਨੂੰ ਉਹ ਖੇਡ ਕੁੱਦ ਤੇ ਵੀ ਲੈ ਕੇ ਜਾਂਦੇ ਆ ਹਾਂਜੀ। ਜਾਂ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਕਹਿ ਲਓ ਕਿ ਫੁੱਟਬਾਲ ਮੈਚਸ ਵਗੈਰਾ ਹੁੰਦੇ ਆ ਹਾਂਜੀ ਜਾਂ ਹੋਰ ਸਪੋਰਟਸ ਦੇ ਪ੍ਰੋਗਰਾਮ ਹੁੰਦੇ ਆ ਜੀ, ਤੇ ਬੜੇ ਉਤਸ਼ਾਹ ਦੇ ਨਾਲ ਮਾਪੇ ਆਪ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ ਹਾਂਜੀ ਕਿ ਬੱਚੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਇੰਟਰਸਟ ਲੈਣ ਜੀ। ਤੇ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਕਿ ਜਿਹੜੇ ਮਾਪੇ ਹੁੰਦੇ ਆ ਉਹ ਲੈ ਇਹਨਾਂ ਨੇ ਫੁੱਟਬਾਲ ਤੋਂ ਕੀ ਲੈਣਾ, ਹਾਂਜੀ ਇਹਨਾਂ ਨੇ ਇਹਦੇ ਵਿੱਚੋਂ ਕੀ ਲੈਣਾ, ਜੀ ਜਾਂ ਜੇ ਕੋਈ ਸਾਇੰਸ ਦਾ ਪ੍ਰੋਗਰਾਮ ਹੈਗਾ ਇਹ ਨਹੀਂ ਕਿਹੜਾ ਡਾਕਟਰ ਬਣ ਜਾਣਾ, ਹਾਂਜੀ ਤੇ ਜਾਂ ਜੇ ਕੋਈ ਕਹਿੰਦਾ ਕੋਈ ਕਾਨੂੰਨੀ ਗੱਲਬਾਤ ਹੈਗੀ ਆ ਇਹ ਨਹੀਂ ਕਿਹੜਾ ਬੈਰਿਸਟਰ ਬਣ ਜਾਣਾ। ਹਾਂਜੀ ਸੋ ਇਸ ਤਰ੍ਹਾਂ ਦੇ ਜਿਹੜੀ ਆ ਉਹ ਗੱਲਾਂ ਕਰਕੇ ਤਾਂ ਫਿਰ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਵਾਂਝਾ ਰੱਖਿਆ ਜਾਂਦਾ। ਹਾਂਜੀ ਮੈਂ ਮੰਨਦਾ ਕਿ ਮਾਪਿਆਂ ਨੂੰ ਆਪਣੇ ਟਾਈਮ ਦੇ ਵਿੱਚੋਂ ਕੱਢ ਕੇ ਜੀ ਜਿਹੜਾ ਹੈਗਾ ਉਹ ਆਪਣੀ ਚਾਹਤ ਦੇ ਕੰਮ ਛੱਡ ਕੇ ਹਾਂਜੀ ਜੋ ਆਪਣੇ ਮਨੋਰੰਜਨ ਦੇ ਜਾਂ ਜੋ ਕੁਝ ਉਹਨਾਂ ਨੇ ਆਪਣੇ ਕੰਮ ਕਰਨੇ ਹੁੰਦੇ ਆ ਉਹ ਸਾਰਾ ਕੁਝ ਛੱਡ ਕੇ ਤਾਂ ਬੱਚੇ ਨੂੰ ਪਹਿਲ ਦੇਣੀ ਪੈਂਦੀ ਆ। ਹਾਂਜੀ ਜਿਸ ਤਰ੍ਹਾਂ ਕਿ ਜਿਹੜਾ ਹੁਣ ਚਿਲਡਰਨਸ ਐਕਟ ਹੈਗਾ ਜੀ, ਉਹਦੇ ਮੁਤਾਬਕ ਦੀ ਚਾਈਲਡਸ ਵੈਲਫੇਅਰ ਹਾਂਜੀ ਕਮਸ ਫਸਟ ਜੀ, ਹੋਰ ਸਾਰਾ ਕੁਝ ਪਿੱਛੇ, ਜਿਹੜੇ ਚਾਈਲਡ ਦੇ ਬੱਚੇ ਦੀ ਦੇਖਭਾਲ, ਬੱਚੇ ਦਾ ਵੈਲਫੇਅਰ ਦੈਟ ਕਮਸ ਫਸਟ, ਹਾਂਜੀ ਬਾਕੀ ਦੀ ਸਾਰੀਆਂ ਹੋਰ। ਪਰ ਬਹੁਤੀ ਵਾਰੀ ਪਰਿਵਾਰਾਂ ਦੇ ਵਿੱਚ ਜਿਹੜੇ ਮਾਪੇ ਹੈਗੇ ਉਹ ਇਸ ਗੱਲ ਦੇ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੰਦੇ ਤੇ ਜਾਂ ਬੱਚਾ ਜੀ ਸਕੂਲੇ ਜਾਏ ਆ, ਇੱਥੋਂ ਤੱਕ ਕਿ ਜਿਸ ਵੇਲੇ ਪੇਰੈਂਟਸ ਈਵਨਿੰਗ ਹੁੰਦੀਆਂ ਹਾਂਜੀ ਤਾਂ ਉਹ ਉੱਥੇ ਵੀ ਜਾ ਕੇ ਪਤਾ ਨਹੀਂ ਕਰਦੇ ਕਿ ਜਿਹੜਾ ਸਾਡਾ ਬੱਚਾ ਹੈਗਾ ਹਾਂਜੀ ਤੇ ਉਹ ਕਿਸ ਤਰ੍ਹਾਂ ਦੇ ਐਜੂਕੇਸ਼ਨ ਹਾਸਲ ਕਰ ਰਿਹਾ ਜਾਂ ਸਕੂਲ ਦੇ ਵਿੱਚ ਕਿੱਦਾਂ ਚੱਲ ਰਿਹਾ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਗੁਰਦੀਪ ਜੀ, ਹਾਂਜੀ ਕਿ ਇੱਕ ਕੇਸ ਦੇ ਵਿੱਚ ਇੱਕ ਫੈਮਿਲੀ ਟੀਚਰ ਨੇ ਮਾਪਿਆਂ ਨੂੰ ਪੁੱਛਿਆ ਕਿ ਤੁਸੀਂ ਬੱਚੇ ਦੇ ਬਾਰੇ ਕੀ ਜਾਣਨਾ ਚਾਹੋਗੇ, ਹਾਂਜੀ, ਤੇ ਉਹ ਬੱਚੇ ਦੇ ਬਾਪ ਨੇ ਕਿਹਾ ਕਿ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਮੇਰਾ ਬੱਚਾ ਕਿਸੇ ਤੋਂ ਕੁੱਟ ਤਾਂ ਨਹੀਂ ਖਾਂਦਾ। ਅੱਛਾ, ਕਿ ਦੂਜਿਆਂ ਬੱਚਿਆਂ ਨੂੰ ਕੁੱਟਦਾ ਹੋਵੇ, ਕੁੱਟ ਨਾ ਖਾਂਦਾ ਹੋਵੇ, ਬਾਕੀ ਮੈਨੂੰ ਹੋਰ ਕੁਝ ਜਾਣਨ ਦੀ ਲੋੜ ਨਹੀਂ। ਇਹ ਨਹੀਂ ਪੁੱਛਿਆ ਕਿ ਉਹਦੀ ਪੜ੍ਹਾਈ ਕਿਸ ਤਰ੍ਹਾਂ ਆ, ਹਾਂਜੀ, ਤੇ ਬੱਚਾ ਖੇਡ ਕੁੱਦ ਦੇ ਵਿੱਚ ਕਿੱਦਾਂ ਹੈਗਾ, ਤਾਂ ਉਹਦੇ ਹੋਰ ਕੀ ਇੰਟਰਸਟਸ ਹੈਗੇ ਆ, ਹਾਂਜੀ, ਕਿਉਂਕਿ ਉਹਦੇ ਲਈ ਸਿਰਫ ਇਹੀ ਗੱਲ ਜ਼ਿਆਦਾ ਵੱਡੀ ਸੀਗੀ ਕਿ ਕਿਸੇ ਦੇ ਕੋਲੋਂ ਇਹ ਕੁੱਟ ਨਾ ਖਾਂਦਾ ਹੋਵੇ ਤੇ ਕੁਝ ਘਰ ਕੁੱਟ ਖਾ ਕੇ ਨਾ ਆਵੇ, ਕੁੱਟ ਕੇ ਬੇਸ਼ੱਕ ਆ ਜਾਵੇ, ਹਾਂਜੀ, ਲੇਕਿਨ ਘਰ ਕੁੱਟ ਖਾ ਕੇ ਨਾ ਆਵੇ। ਜੀ, ਮੇਰਾ ਖਿਆਲ ਇਹ ਜਿਹੜੀ ਸਾਡੀਆਂ ਧਾਰਨਾਵਾਂ ਹੈਗੀਆਂ ਇਹ ਸਾਨੂੰ ਇਹਨਾਂ ਵੱਲ ਮੁੜ ਕੇ ਧਿਆਨ ਦੇਣ ਦੀ ਲੋੜ ਹੈਗੀ ਆ ਜੀ। ਬੱਚੇ ਦਾ ਜਿਹੜਾ ਬਹੁਪੱਖੀ ਵਿਕਾਸ ਆ ਜੀ, ਉਹ ਇਕੱਲਾ ਹੀ ਤੁਸੀਂ ਰੁਪਈਏ ਪੈਸੇ ਦੇ ਨਾਲ ਜਾਂ ਪੌਂਡਾਂ ਦੇ ਨਾਲ ਜਾਂ ਜਾਇਦਾਦ ਦੇ ਨਾਲ ਨਹੀਂ ਕਰ ਸਕਦੇ ਜੀ। ਬੱਚੇ ਦੇ ਬਹੁਪੱਖੀ ਵਿਕਾਸ ਦੇ ਲਈ ਮੈਨੂੰ ਇਹ ਲੱਗਦਾ ਕਿ ਉਹਦੇ 'ਤੇ ਹਰ ਪੱਖ ਤੋਂ ਉਹਦੇ 'ਤੇ ਵਿਕਾਸ ਹੋਣਾ ਚਾਹੀਦਾ, ਉਹਦੀ ਮਾਨਸਿਕ ਸਿਹਤ ਦਾ ਵੀ, ਉਹਦੀ ਸਰੀਰਕ ਸਿਹਤ ਦਾ ਵੀ, ਉਹਦੀਆਂ ਕੀ ਆਪਣੀਆਂ ਬੱਚੇ ਦੀ ਜ਼ਿੰਦਗੀ ਦੇ ਵਿੱਚ ਖੁਆਇਸ਼ਾਂ ਨੇ, ਉਹ ਕੀ ਬਣਨਾ ਚਾਹੁੰਦਾ, ਕਿੱਦਾਂ ਬਣਨਾ ਚਾਹੁੰਦਾ, ਕਿਹੜੇ ਏਰੀਏ ਦੇ ਵਿੱਚ ਉਹ ਐਕਸੈਲ ਕਰਨਾ ਚਾਹੁੰਦਾ ਹੈਗਾ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਇਹ ਬੱਚੇ ਦੀ ਪਰਵਰਿਸ਼ ਹੈ ਜੀ। ਖਾਸ ਕਰਕੇ ਸਾਡੇ ਭਾਈਚਾਰੇ ਦੇ ਵਿੱਚ ਇਹ ਹੁੰਦਾ ਕਿ ਜੀ ਤੁਸੀਂ ਬੱਚੇ ਲਈ ਪੈਸੇ ਕਿੰਨੇ ਕੁ ਜੋੜ ਦਿੱਤੇ, ਹਾਂਜੀ, ਅਸੀਂ ਇਹਨੂੰ ਹੀ ਆਪਣੀ ਜਿਹੜੀ ਹੈਗੀ ਆ ਉਹ ਸਫਲਤਾ ਮੰਨ ਕੇ ਚੱਲਦੇ ਹਾਂ। ਸੋ ਸਾਨੂੰ ਇਹਨਾਂ ਗੱਲਾਂ ਤੋਂ ਮੁੜ ਕੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈਗਾ ਕਿ ਬੱਚਿਆਂ ਦੇ ਲਈ ਇੱਥੇ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ ਤਾਂ ਕਿ ਬੱਚੇ ਆਪਣਾ ਪੂਰਾ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਪਾ ਸਕਣ, ਉਹ ਆਪਣੀਆਂ ਬੁਲੰਦੀਆਂ ਛੋਹ ਸਕਣ ਆਪਣੀ ਕਾਬਲੀਅਤ ਦੇ ਅਨੁਸਾਰ। ਸੋ ਸਾਨੂੰ ਉਹਦੇ ਲਈ ਜ਼ਰੂਰ ਧਿਆਨ ਦੇਣਾ ਚਾਹੀਦਾ। ਗੁਰਦੀਪ ਜੀ, ਇਹਦੇ ਨਾਲ ਹੀ ਨਾਲ ਜਿਸ ਤਰ੍ਹਾਂ ਹੁਣ ਆ ਕਰੋਨਾ ਦਾ ਦੌਰ ਚੱਲ ਰਿਹਾ ਸੀ, ਹਾਂਜੀ, ਤੇ ਸਕੂਲ ਵੀ ਬੰਦ ਰਹੇ, ਤਾਂ ਇਹ ਬੜਾ ਜ਼ਰੂਰੀ ਸੀ ਕਿ ਬੱਚਿਆਂ ਨੂੰ ਘਰ ਦੇ ਵਿੱਚ ਹੋਰ ਪਰਵਰਿਸ਼ ਦੇ ਨਾਲ ਨਾਲ ਤੇ ਬੱਚਿਆਂ ਦੀ ਜਿਹੜਾ ਹੈਗਾ ਉਹ ਖੇਡ ਕੁੱਦ ਦਾ ਧਿਆਨ ਰੱਖਿਆ ਜਾਵੇ, ਹਾਂਜੀ, ਤੇ ਨਾਲੇ ਨਾਲ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਵੀ ਖਿਆਲ ਰੱਖਿਆ ਜਾਵੇ ਜੀ। ਤੇ ਕਿਉਂਕਿ ਬਹੁਤ ਸਾਰੇ ਜਿਹੜੇ ਮਾਪੇ ਸੀਗੇ ਉਹ ਵੀ ਘਰ ਸੀਗੇ ਜੀ, ਤੇ ਜਾਂ ਘਰੋਂ ਕੰਮ ਕਰਦੇ ਸੀ, ਹਾਂਜੀ, ਤੇ ਉਹਨਾਂ ਨੂੰ ਇਹ ਇਕੱਲਾ ਇਹੀ ਨਹੀਂ ਹੈਗਾ, ਇਹਦੇ ਨਾਲ ਇਹ ਵੀ ਦੇਖਣਾ ਪੈਂਦਾ ਕਿ ਜਿਹੜਾ ਮੇਰਾ ਬੱਚਾ ਹੈਗਾ ਉਹਦੇ ਕੀ ਇੰਟਰਸਟ ਕੀ ਹੈਗੇ ਆ। ਬਿਲਕੁਲ, ਕਿ ਜੇ ਤੁਸੀਂ ਪਹਿਲਾਂ ਤੋਂ ਬੱਚੇ ਦਾ ਛੋਟੇ ਹੁੰਦਿਆਂ ਤੋਂ ਇਹ ਦੇਖੋ ਕਿ ਮੇਰਾ ਬੱਚਾ ਜਿਹੜਾ ਹੈਗਾ ਉਹ ਕਿਸ ਗੱਲ ਵੱਲ ਤਵੱਜੋ ਦਿੰਦਾ ਜੀ, ਜਾਂ ਉਹ ਜ਼ਿਆਦਾ ਇੰਟਰਸਟ, ਜਿਸ ਤਰ੍ਹਾਂ ਕਹਿ ਲਓ ਕਿ ਕੋਈ ਬੱਚਾ ਡਰਾਇੰਗ ਜ਼ਿਆਦਾ ਪਸੰਦ ਕਰਦਾ, ਹਾਂਜੀ, ਜਾਂ ਜੋ ਕੋਈ ਬੱਚਾ ਜਿਹੜਾ ਹੈਗਾ ਕੋਈ ਮਾਡਲ ਬਣਾਉਣੇ ਪਸੰਦ ਕਰਦਾ। ਸੋ ਬੱਚਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਜੀ, ਤਾਂ ਕਿ ਜਿਹੜਾ ਬੱਚਿਆਂ ਦਾ ਬਰੋਡ ਨੌਲੇਜ ਡਿਵੈਲਪ ਹੋਵੇ, ਹਾਂਜੀ, ਤਾਂ ਕਿ ਬੜੇ ਹੋ ਕੇ ਉਹਨਾਂ ਦੇ ਕੋਲ ਡਿਸਾਈਡ ਫੈਸਲਾ ਕਰਨ ਵਾਸਤੇ ਕਿ ਅਸੀਂ ਕਿਹੜੀ ਜਾਂ ਪੜ੍ਹਾਈ ਕਰਨੀ ਹੈਗੀ ਹੈ ਜਾਂ ਕਿਹੜਾ ਅਸੀਂ ਕੰਮ ਕਰਨਾ, ਹਾਂਜੀ, ਤੇ ਉਹ ਮਾਪਿਆਂ ਦਾ ਫਰਜ਼ ਬਣਦਾ, ਹਾਂਜੀ, ਨਾਲੇ ਨਾਲ ਉਹਨਾਂ ਦਾ ਜਿਹੜਾ ਹੈਗਾ ਉਹ ਇੰਟਰਸਟ ਡਿਵੈਲਪ ਕਰਨ ਜੀ। ਕਿ ਜਿਸ ਤਰ੍ਹਾਂ ਕਿ ਤੁਸੀਂ
ਦੇਖ ਕੇ ਬਿਲਡਿੰਗਾਂ ਦੇਖ ਕੇ ਉਹਨਾਂ ਦੀ ਡਰਾਇੰਗ ਕਰਨੀ ਜਾਂ ਕੋਈ ਟ੍ਰੇਨ ਦੇਖ ਕੇ ਡਰਾਇੰਗ ਕਰਨੀ ਜਦੋਂ ਬੱਚੇ ਛੋਟੇ ਆ, ਹਾਂਜੀ, ਤਾਂ ਉੱਥੋਂ ਫਿਰ ਤੁਹਾਨੂੰ ਬੱਚੇ ਦੀ ਸੋਚ ਦਾ, ਬੱਚੇ ਦੀ ਸਮਝ ਦਾ ਪਤਾ ਲੱਗਦਾ। ਬਿਲਕੁਲ। ਤਾਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਤੁਸੀਂ ਜਿਸ ਤਰ੍ਹਾਂ ਕਿ ਜੇ ਨਾ ਤੁਸੀਂ ਮੇਕ ਸਮਥਿੰਗ ਆਫ ਨਥਿੰਗ, ਹਾਂਜੀ, ਕ੍ਰੀਏਟਿਵ ਮਾਈਂਡ ਤੁਹਾਡਾ ਕ੍ਰੀਏਟ ਹੁੰਦਾ। ਜਿਸ ਤਰ੍ਹਾਂ ਕੋਈ ਲੱਕੜੀ ਦੇ ਪੀਸ ਪਏ ਆ, ਹਾਂਜੀ, ਜਾਂ ਕੋਈ ਪੇਪਰ ਪਿਆ ਹੈਗਾ, ਉਹ ਹਾਂਜੀ, ਪੇਪਰ ਦੀਆਂ ਚੀਜ਼ਾਂ ਬਣਾ ਲੈਣੀਆਂ ਜਾਂ ਗੱਤੇ ਦੀਆਂ ਚੀਜ਼ਾਂ ਬਣਾ ਲੈਣੀਆਂ, ਹਾਂਜੀ, ਤਾਂ ਉਹਦੇ ਨਾਲ ਫਿਰ ਤੁਸੀਂ ਬੱਚੇ ਨੂੰ ਆਪ ਨਾਲ ਵਿੱਚ ਰਲ ਕੇ, ਹਾਂਜੀ, ਜਿਸ ਤਰ੍ਹਾਂ ਉਮਰ ਦੇ ਮੁਤਾਬਕ ਜੇ ਤੁਸੀਂ ਜਿਹੜੇ ਟੂਲਸ ਵੀ ਹੁੰਦੇ ਆ, ਬਿਲਕੁਲ, ਉਹ ਵੀ ਤੁਸੀਂ ਲੈ ਕੇ ਦੇ ਸਕਦੇ ਆ, ਹਾਂਜੀ, ਤਾਂ ਕਿ ਬੱਚਾ ਮਾਡਲਿੰਗ ਵਗੈਰਾ ਬਣਾ ਕੇ, ਮਾਡਲ ਬਣਾ ਕੇ, ਤਾਂ ਉਹਦੇ ਵਿੱਚ ਕਹਿਣ ਦਾ ਮਤਲਬ ਵੀ ਉਹਦੇ ਬੱਚੇ ਦੇ ਵਿੱਚ ਸ਼ੁਰੂ ਤੋਂ ਹੀ ਜਿਹੜੇ ਹੈਗੇ ਆ ਡਿਵੈਲਪਿੰਗ ਦੇ, ਇੰਜੀਨੀਅਰਿੰਗ ਦੇ, ਸੋਚਣ ਦੇ, ਡਰਾਇੰਗ ਦੇ ਜੀ ਇੰਟਰਸਟ ਪੈਦਾ ਹੋਣ, ਹਾਂਜੀ, ਤਾਂ ਉਹ ਫਿਰ ਬੱਚਾ ਜਿਹੜਾ ਹੈਗਾ ਸਕੂਲ ਦੇ ਵਿੱਚ ਵੀ ਉਹ ਬੈਟਰ ਉਹਦੀ ਐਜੂਕੇਸ਼ਨ ਹੋਵੇਗੀ। ਬਿਲਕੁਲ, ਬਿਲਕੁਲ। ਤੇ ਜੇ ਹੁਣ ਬੱਚਾ ਤੁਸੀਂ ਘਰ ਦੇ ਵਿੱਚ ਉਹਨੂੰ ਸ਼ਾਊਟ ਹੀ ਕਰਦੇ ਰਹਿੰਦੇ, ਜਾਂ ਬੱਚਾ ਟੈਲੀਵਿਜ਼ਨ ਦੇਖਣ ਨੂੰ ਲੱਗਾ ਰਹਿੰਦਾ ਜਾਂ ਫੋਨ ਦੇ ਉੱਤੇ ਲੱਗਾ ਰਹਿੰਦਾ, ਹਾਂਜੀ, ਤੇ ਕਈ ਦਫਾ ਅਸੀਂ ਹੁਣ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਫੋਨ ਦੀ ਜ਼ਰੂਰਤ ਪੈਂਦੀ ਆ, ਹਾਂਜੀ, ਤੇ ਉਹ ਫੋਨ ਤੋਂ ਇਨਫੋਰਮੇਸ਼ਨ ਉਹਨਾਂ ਨੂੰ ਲੱਭਣੀ ਹੁੰਦੀ ਆ। ਬਿਲਕੁਲ, ਇਹ ਵੀ ਮਾਪਿਆਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਬੱਚੇ ਫੋਨ ਦੇ ਉੱਤੇ ਕੀ ਕਰ ਰਹੇ ਆ, ਕਿ ਆਪਣਾ ਟਾਈਮ ਤਾਂ ਨਹੀਂ ਇਕੱਲਾ ਉਹ ਵੇਸਟ ਕਰ ਰਹੇ। ਹਾਂਜੀ, ਕਈ ਵਾਰੀ ਅਸੀਂ ਇਹ ਕਹਿੰਦੇ ਹੁੰਦੇ ਕਿ ਬੱਚਾ ਕਿਸੇ ਕੰਮ ਦੇ ਵਿੱਚ, ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਬਿਜ਼ੀ ਹੋਵੇ, ਮੇਰੇ ਤੋਂ ਪਰੇ ਆਰਾਮ ਦੇ ਨਾਲ ਬੈਠਾ, ਚੁੱਪ ਕਰਕੇ ਜਿਹੜੇ ਪਾਸੇ ਲੱਗਾ ਆ ਉਹ ਲੱਗਾ ਆ। ਹਾਂਜੀ, ਜਦੋਂ ਕਿ ਸਾਨੂੰ ਖਿਆਲ ਇਸ ਗੱਲ ਦਾ ਰੱਖਣਾ ਚਾਹੀਦਾ ਕਿ ਬੱਚਾ ਕਰ ਕੀ ਰਿਹਾ, ਤਾਂ ਕਿ ਅਸੀਂ ਉਹਦਾ ਜਿਹੜੀ ਉਹਦੀ ਐਜੂਕੇਸ਼ਨ ਦੇ ਵਿੱਚ, ਉਹਦੀ ਅਪਬ੍ਰਿੰਗਿੰਗ ਦੇ ਵਿੱਚ ਆਪਣੇ ਵੱਲੋਂ ਸਹੀ ਉਹ ਹਿੱਸਾ ਪਾ ਸਕੀਏ। ਹਾਂਜੀ, ਅੱਛਾ, ਜਿਹੜੇ ਆਪਾਂ ਥੋੜ੍ਹੇ ਜਿਹਾ ਮੇਰੇ ਖਿਆਲ ਆਪਣੇ ਪੁਆਇੰਟ ਤੋਂ ਪਰੇ ਚੱਲ ਗਏ ਸੀਗੇ, ਇਹ ਵੀ ਬਹੁਤ ਜ਼ਰੂਰੀ ਗੱਲਾਂ ਸੀਗੀਆਂ ਕਿ ਬੱਚਿਆਂ ਦਾ ਬਹੁਪੱਖੀ ਵਿਕਾਸ ਜਿਹੜਾ ਹੈਗਾ ਉਹ ਕਿਵੇਂ ਕਰਨਾ ਹੈਗਾ, ਕਿਹਨਾਂ ਗੱਲਾਂ ਦਾ ਸਾਨੂੰ ਧਿਆਨ ਦੇਣ ਦੀ ਉਹਨਾਂ ਵੱਲ ਜ਼ਰੂਰਤ ਹੈ। ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਫਿਰ ਆਪਾਂ ਆਪਣੇ ਮੁੜ ਕੇ ਆਉਂਦੇ ਹਾਂ। ਇੱਕ ਵਾਰੀ ਦੀ ਗੱਲ ਹੈ, ਕਹਿੰਦੇ ਕਿ ਆਇਨਸਟਾਈਨ ਦੇ ਕੋਲ ਇੱਕ ਔਰਤ ਆਪਣੇ ਬੱਚੇ ਨੂੰ ਲੈ ਕੇ ਗਈ ਜੀ। ਉਹ ਕਹਿੰਦੀ ਵੀ ਮੈਂ ਚਾਹੁੰਦੀ ਹਾਂ ਕਿ ਤੇਰੇ ਵਰਗਾ ਸਾਇੰਟਿਸਟ ਬਣੇ ਜੀ, ਤੂੰ ਇਹਨੂੰ ਕੋਈ ਸਲਾਹ ਦੇ ਕਿ ਇਹ ਕੀ ਕਰੇ। ਹਾਂਜੀ, ਤੇ ਆਇਨਸਟਾਈਨ ਦੀ ਇੱਕੋ ਹੀ ਸਲਾਹ ਸੀਗੀ, ਉਹਨੂੰ ਕਿਹਾ ਔਰਤ ਨੂੰ ਵੀ ਇਹ ਬੱਚਾ ਤੇਰਾ ਜੋ ਕੁਛ ਵੀ ਪੜ੍ਹਨਾ ਚਾਹੁੰਦਾ ਹਾਂਜੀ ਉਹ ਪੜ੍ਹੇ ਜੀ। ਔਰ ਉਹ ਔਰਤ ਉਸ ਆਇਨਸਟਾਈਨ ਦੇ ਨਾਲ ਇੰਨਾ ਨਾਰਾਜ਼ ਹੋਈ ਜੀ, ਉਹ ਕਹਿੰਦੀ ਮੈਂ ਤਾਂ ਤੇਰੇ ਕੋਲ ਇਸ ਕਰਕੇ ਲੈ ਕੇ ਆਈ ਸੀ ਕਿ ਤੂੰ ਮੇਰੇ ਬੱਚੇ ਨੂੰ ਸਲਾਹ ਦੇਵੇਂਗਾ ਕਿ ਇਹ ਸਾਇੰਸ ਦੀਆਂ ਕਿਤਾਬਾਂ ਪੜ੍ਹੇ, ਇਹ ਉਹਦੀਆਂ ਡਾਕੂਮੈਂਟਰੀਆਂ ਦੇਖੇ, ਜਾਂ ਇਹ ਆਪਣੇ ਟੀਚਰਾਂ ਨਾਲ ਗੱਲ ਕਰੇ, ਤੇ ਤੂੰ ਤਾਂ ਪੁੱਠੀ ਸਲਾਹ ਦੇਈ ਜਾਂਦਾ ਵੀ ਇਹ ਨਾਵਲ ਪੜ੍ਹੇ ਜਾਂ ਕੋਈ ਹੋਰ ਕਰੇ। ਹਾਂਜੀ, ਜਿਹੜਾ ਆਇਨਸਟਾਈਨ ਦਾ ਜਵਾਬ ਸੀ ਉਹ ਬੜਾ ਕਮਾਲ ਦਾ ਸੀ। ਉਹ ਕਹਿੰਦੇ ਸੀ ਕਿ ਪਹਿਲਾਂ ਇਮੈਜੀਨੇਸ਼ਨ ਹੋਣੀ ਜਿਹੜੀ ਆ ਸਾਇੰਸ ਦੇ ਲਈ ਬਿਲਕੁਲ ਉਹ ਬਹੁਤ ਜ਼ਰੂਰੀ ਆ ਜੀ। ਸੋ ਅਸੀਂ ਛੋਟੇ ਬੱਚਿਆਂ ਤੋਂ ਵੀ ਦੇਖਦੇ ਹਾਂ ਕਿ ਬੱਚਾ ਨੂੰ ਤੁਸੀਂ ਖਿਡੌਣਾ ਲਿਆ ਕੇ ਦਿੰਦੇ ਹੋ, ਥੋੜ੍ਹਾ ਚਿਰ ਖੇਲਦਾ ਔਰ ਫਿਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜੀ। ਉਹ ਇਸ ਕਰਕੇ ਨਹੀਂ ਕਿ ਬੱਚੇ ਨੇ ਤੁਹਾਡਾ ਕੋਈ ਨੁਕਸਾਨ ਕਰਨਾ ਹੁੰਦਾ, ਉਹ ਇਸ ਕਰਕੇ ਕਰਦਾ ਕਿ ਉਹਦੇ ਅੰਦਰ ਇਹ ਵਿੱਚ ਇੱਕ ਜਿਗਿਆਸਾ ਹੁੰਦੀ ਆ ਕਿ ਇਹ ਖਿਡੌਣਾ ਕਿਵੇਂ ਕੰਮ ਕਰਦਾ, ਇਹਦੇ ਵਿੱਚ ਕੀ ਲੱਗਾ ਆ, ਉਹਦਾ ਮੈਨੂੰ ਪਤਾ ਹੋਵੇ। ਸੋ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਬੱਚਿਆਂ ਦੀ ਜਿਹੜੀ ਹੈਗੀ ਆ ਪ੍ਰਤਿਭਾ ਨੂੰ ਪਛਾਣੀਏ, ਉਹਨਾਂ ਦੀ ਜਿਹੜੀ ਯੋਗਤਾ ਹੈਗੀ ਉਹਨੂੰ ਬਹੁਤ ਅਰਲੀ ਸਟੇਜ ਤੋਂ ਪਛਾਣੀਏ, ਅਤੇ ਅਸੀਂ ਉਹਨਾਂ ਨੂੰ ਉੱਧਰ ਨੂੰ ਲਿਜਾਣ ਦੀ ਉਹਨਾਂ ਦੀ ਮਦਦ ਕਰੀਏ। ਜਿਹੜੀ ਗੱਲ ਮੈਂ ਇਹ ਕਰਨ ਲੱਗਾ ਸੀਗਾ, ਜਿਹੜਾ ਪੁਆਇੰਟ ਅਸੀਂ ਡਿਸਕਸ ਕਰ ਰਹੇ ਸੀ ਵੀਡੀਓ, ਇਹ ਕਿ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਜਿਹੜੀ ਅਰਾਈਜ਼ ਹੋ ਜਾਂਦੀ ਆ ਜਿੱਥੇ ਸੋਸ਼ਲ ਸਰਵਿਸਿਜ਼ ਵਾਲੇ ਇਨਵੋਲਵ ਹੋ ਜਾਂਦੇ ਆ ਜਾਂ ਕੋਈ ਹੋਰ ਏਜੰਸੀ ਇਨਵੋਲਵ ਹੋ ਜਾਂਦੀ ਆ ਜੀ, ਤੇ ਉੱਥੇ ਮਾਂ-ਬਾਪ ਨੂੰ ਕਮਿਊਨੀਕੇਸ਼ਨ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਮੰਨ ਲਓ ਕੋਈ ਬੱਚੇ ਦੇ ਸੱਟ ਲੱਗੀ ਆ, ਉਹਨੂੰ ਲੁਕਾਉਣ ਦੀ ਬਜਾਏ ਜੇ ਤੁਸੀਂ ਉਹਨੂੰ ਐਕਸਪਲੇਨ ਕਰੋ ਕਿ ਇਹ ਸੱਟ ਕਿਵੇਂ ਲੱਗੀ, ਕਦੋਂ ਲੱਗੀ, ਕਿੱਦਾਂ ਲੱਗੀ, ਤਾਂ ਕਿ ਉਹਨਾਂ ਨੂੰ ਵੀ ਅੰਡਰਸਟੈਂਡਿੰਗ ਹੋਵੇ। ਮੇਰੇ ਖਿਆਲ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਕੀਤਾ ਵੀ ਹੈਗਾ। ਸੋ ਅਸੀਂ ਕਿਹੜੀਆਂ ਗੱਲਾਂ ਕਰ ਸਕਦੇ ਹਾਂ ਤਾਂ ਕਿ ਜਿਹੜਾ ਹੈਗਾ ਉਹਨਾਂ ਨੂੰ ਇੱਦਾਂ ਨਾ ਲੱਗੇ ਕਿ ਤੁਸੀਂ ਆਪਣੇ ਬੱਚੇ ਨੂੰ ਇਗਨੋਰ ਕਰ ਰਹੇ ਆ। ਇਹ ਨੋਰਮਲ ਹੋ ਸਕਦੀ ਆ, ਸੱਟ ਹੋ ਸਕਦੀ ਆ, ਫੇਟ ਹੋ ਸਕਦੀ ਆ, ਜਾਂ ਕੋਈ ਹੋਰ ਗੱਲ ਹੋ ਸਕਦੀ ਆ। ਸੋ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਧਿਆਨ ਸਾਡਾ ਦਰਸ਼ਕਾਂ ਨੂੰ ਇਹ ਸਾਂਝਾ ਕਰੋ ਨਵਦੀਪ ਜੀ ਕਿ ਕਿਹੜੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਜਾਂ ਕਿੰਨੀਆਂ ਗੱਲਾਂ ਤੋਂ ਸਾਨੂੰ ਜਿਹੜਾ ਹੈਗਾ ਆ ਉਹ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਤਾਂ ਕਿ ਅਸੀਂ ਸਿਚੁਏਸ਼ਨ ਨੂੰ ਜ਼ਿਆਦਾ ਖਰਾਬ ਨਾ ਕਰੀਏ। ਜੀ, ਪਹਿਲੀ ਤਾਂ ਗੱਲ ਇਹ ਹੈ ਕਿ ਹਮੇਸ਼ਾ ਹੀ ਹਾਂਜੀ ਜਿਹੜਾ ਵੀ ਅਦਾਰਾ, ਜਿਸ ਤਰ੍ਹਾਂ ਕਹਿ ਲਓ ਕੁਝ ਪੁਲਿਸ ਵਾਲੇ ਹੋਏ ਹਾਂਜੀ, ਜਾਂ ਸੋਸ਼ਲ ਵਰਕਰਸ ਹੋਏ, ਜਾਂ ਹੈਲਥ ਵਿਜ਼ਿਟਰ ਜਾਂ ਹੈਲਥ ਸਰਵਿਸ ਵਾਲੇ ਹੋਏ, ਡਾਕਟਰ ਹੋਏ ਜੀ, ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ। ਹਾਂਜੀ, ਉਹਨਾਂ ਦੇ ਨਾਲ ਅੱਛੇ ਲਹਿਜੇ ਦੇ ਨਾਲ ਹਾਂਜੀ ਤੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਜੀ। ਤਾਂ ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ, ਮੰਨ ਲਓ ਕਿ ਕਿਸੇ ਬੱਚੇ ਦੇ ਸੱਟ ਚੋਟ ਲੱਗੀ ਆ ਹਾਂਜੀ, ਤੇ ਉਹਨਾਂ ਨੂੰ
ਅੱਛੇ ਤਰੀਕੇ ਦੇ ਨਾਲ ਦੱਸਿਆ ਜਾਵੇ ਕਿ ਇਹ ਜਿਹੜੀ ਸੱਟ ਚੋਟ ਹੈਗੀ ਹੈ ਇੱਦਾਂ ਲੱਗੀ ਆ। ਹਾਂਜੀ। ਤੇ ਐਕਸੀਡੈਂਟ ਵੀ ਹੋ ਸਕਦਾ, ਜਾਣ ਬੁੱਝ ਕੇ ਵੀ ਹੋ ਸਕਦੀ ਆ। ਹਾਂਜੀ। ਲੇਕਿਨ ਜੇ ਤੁਸੀਂ ਉਹਨੂੰ ਜਾਣ ਬੁੱਝ ਕੇ ਲੁਕਾਉਣ ਦੀ ਕੋਸ਼ਿਸ਼ ਕਰੋ ਜੀ, ਕੋਈ ਵੀ ਅਦਾਰਾ ਹੈਗਾ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਉਹ ਪੂਰੀ ਕਰਨੀ ਆ। ਠੀਕ ਆ। ਅਸੀਂ ਜੋ ਕੁਝ ਜਿਹੜੇ ਮਾਪੇ ਹੈਗੇ ਆ ਜਾਂ ਕੇਅਰ ਆ ਉਹ ਜੋ ਕੁਝ ਮਰਜ਼ੀ ਕੋਸ਼ਿਸ਼ ਕਰ ਲੈਣ, ਹਾਂਜੀ, ਉਹ ਇਹ ਤੋਂ ਪਿੱਛੇ ਨਹੀਂ ਹਟਣ ਲੱਗੇ ਜੀ। ਉਹਨਾਂ ਨੇ ਡਾਕਟਰ ਨੇ ਪਤਾ ਕਰਨਾ ਕਿ ਜਿਹੜੇ ਬੱਚੇ ਦੀ ਹੈਗੀ ਆ ਜਿਹੜੀ ਸੱਟ ਚੋਟ ਆ। ਹਾਂਜੀ। ਜਿਸ ਤਰ੍ਹਾਂ ਹੁਣ ਆਪਾਂ ਨੂੰ ਪਤਾ ਹੀ ਉਹ ਐਕਸ-ਰੇ ਕਰਨਗੇ ਜਾਂ ਸਕੈਨਿੰਗ ਕਰਨਗੇ ਜਾਂ ਹੋਰ ਵੀ ਜਿਹੜੇ ਉਹਨਾਂ ਦੇ ਐਕਸਪਰਟ ਹੈਗੇ ਆ ਜੀ, ਉਹ ਫਾਈਂਡ ਆਊਟ ਕਰਨਗੇ ਕਿ ਇਹ ਜਿਹੜੀ ਸੱਟ ਚੋਟ ਹੈਗੀ ਆ ਉਹ ਬੱਚੇ ਦੇ ਕਿੱਦਾਂ ਲੱਗੀ। ਤੇ ਜੇ ਅਸੀਂ ਇਹ ਸੋਚੀਏ ਕਿ ਅਸੀਂ ਜਾਂ ਤਾਂ ਆਪਣੇ ਕੋਲੋਂ ਗੱਲ ਬਣਾ ਕੇ ਜਾਂ ਹੋਰ ਤਰੀਕੇ ਦੇ ਨਾਲ ਰੋਣ ਪਿੱਟ ਪਾ ਕੇ ਹਾਂਜੀ ਕਿ ਅਸੀਂ ਉਹਨਾਂ ਨੂੰ ਪਰਸੁਏਡ ਕਰ ਸਕਾਂਗੇ ਕਿ ਇਹ ਜਿਹੜੀ ਆਪਣੀ ਗੱਲਬਾਤ ਦੀ ਤਫਤੀਸ਼ ਕਰਨੇ ਤੋਂ ਹਟ ਜਾਣ, ਹਾਂਜੀ, ਤਾਂ ਇਹ ਸਾਡਾ ਭੁਲੇਖਾ ਹੋਊਗਾ ਕਿਉਂਕਿ ਉਹਨਾਂ ਨੇ ਆਪਣੀ ਤਫਤੀਸ਼ ਉਹ ਪੂਰੀ ਕਰਨੀ ਹੈ। ਬਿਲਕੁਲ। ਤੇ ਜੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਸਹਿਯੋਗ ਨਹੀਂ ਦਿੰਦੇ, ਹਾਂਜੀ, ਤਾਂ ਫਿਰ ਇਹ ਵੀ ਅਸੀਂ ਗਲਤੀ ਕਰ ਰਹੇ ਹੋਵਾਂਗੇ। ਤੇ ਜੇ ਮੈਂ ਕੁਇਕਲੀ ਇੱਕ ਇਨਸੀਡੈਂਟ ਦਾ ਜ਼ਿਕਰ ਕਰਾਂ ਕਿ ਇੱਕ ਕੇਸ ਦੇ ਵਿੱਚ ਹਾਂਜੀ ਇੱਕ ਛੋਟਾ ਜਿਹਾ ਬੱਚਾ ਸੀ ਤੇ ਉਹਦੀਆਂ ਪਸਲੀਆਂ ਟੁੱਟੀਆਂ ਹੋਈਆਂ ਸੀ। ਅੱਛਾ ਜੀ। ਤੇ ਜਿਸ ਵੇਲੇ ਕਿੰਨੀ ਉਮਰ ਦਾ ਹੋਊਗਾ ਇਹ ਬੱਚਾ? ਉਹ ਬੱਚਾ ਤਕਰੀਬਨ ਕੋਈ ਸਾਲ ਬੱਚੇ ਦੀ ਉਮਰ ਸੀ। ਸਾਲ ਤੋਂ ਵੀ ਘੱਟ ਹੀ ਉਮਰ ਸੀ ਜੀ। ਤੇ ਉਹ ਬੱਚੇ ਦੀ ਜਿਹੜੀ ਆ ਮੇਰਾ ਖਿਆਲ 6 ਮਹੀਨੇ ਤੋਂ ਉੱਤੇ ਸੀ, ਉਹ ਬੱਚੇ ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸੀ। ਹਾਂਜੀ। ਤੇ ਜਿਹੜੇ ਉਹ ਸੋਸ਼ਲ ਵਰਕਰ ਹੈਗੇ ਆ ਉਹ ਪਤਾ ਕਰਨਾ ਚਾਹੁੰਦੇ ਸੀ ਕਿ ਇਹ ਜਿਹੜੀਆਂ ਬੱਚੇ ਦੀਆਂ ਪਸਲੀਆਂ ਟੁੱਟੀਆਂ ਕਿੱਦਾਂ। ਹਾਂਜੀ। ਤੇ ਜਦੋਂ ਉਹਨਾਂ ਨੂੰ ਪਤਾ ਉਦੋਂ ਲੱਗਾ ਜਿਸ ਵੇਲੇ ਉਹ ਬੱਚੇ ਨੂੰ ਡਾਕਟਰ ਦੇ ਲੈ ਕੇ ਗਏ। ਬੱਚਾ ਜਿਹੜਾ ਜ਼ਿਆਦਾ ਰੋਂਦਾ ਸੀ, ਹਾਂਜੀ, ਤੇ ਬਹੁਤ ਜ਼ਿਆਦਾ ਰੋ ਰਿਹਾ ਸੀ। ਤੇ ਉਹਨਾਂ ਨੇ ਫਿਰ ਡਾਕਟਰ ਨੇ ਸੋਸ਼ਲ ਸਰਵਿਸਿਜ਼ ਨੂੰ ਦੱਸਿਆ। ਹਾਂਜੀ। ਤਾਂ ਉਹ ਪੁੱਛ ਰਹੇ ਸੀ ਤਾਂ ਉਹ ਹੋਇਆ ਇੱਦਾਂ ਕਿ ਜਿਹੜਾ ਬਾਪ ਸੀ ਉਹ ਆਪਣੇ ਆਪ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਜਿਹੜੀ ਮਾਂ ਸੀਗੀ ਉਹ ਆਪਣੇ ਮੁੱਕੇ ਮਾਰਨ ਲੱਗ ਪਈ। ਹਾਂਜੀ। ਤੇ ਉਹਨਾਂ ਨੇ ਚੰਗਾ ਜੀ ਚੀਕ ਚਹਾੜਾ ਪਾ ਲਿਆ ਤੇ ਉਹ ਕੋਸ਼ਿਸ਼ ਇਹ ਸੀਗੀ ਕਿ ਇਹ ਇੱਥੋਂ ਚਲੇ ਜਾਣ ਤੇ ਲੇਕਿਨ ਇੱਦਾਂ ਨਹੀਂ ਸੀ ਕਿ ਉਹਨਾਂ ਨੇ ਉੱਥੇ ਚਲੇ ਜਾਣਾ। ਤਾਂ ਅਖੀਰ ਦੇ ਉੱਤੇ ਆ ਕੇ ਜਿਸ ਵੇਲੇ ਉਹਨਾਂ ਨੇ ਮਾਪੇ ਨੇ ਫਿਰ ਉਹਨਾਂ ਦਾ ਸਹਿਯੋਗ ਨਹੀਂ ਦਿੱਤਾ, ਹਾਂਜੀ, ਤੇ ਆਖਰ ਦੇ ਵਿੱਚ ਫਿਰ ਥੋੜ੍ਹੇ ਚਿਰ ਦੇ ਵਾਸਤੇ ਜਿਹੜਾ ਬੱਚਾ ਸੀਗਾ ਉਹਨਾਂ ਤੋਂ ਲੈ ਲਿਆ ਗਿਆ। ਰਾਈਟ। ਤੇ ਜਦੋਂ ਉਹਨਾਂ ਨੇ ਵੀ ਇਹੀ ਚੀਕ ਚਹਾੜਾ ਪਾਇਆ ਸੀ ਕਿ ਸਾਡਾ ਬੱਚਾ, ਹਾਂਜੀ, ਸਾਡੇ ਬੱਚੇ ਦੇ ਸੱਟ ਲੱਗੀ ਆ, ਸਾਨੂੰ ਜ਼ਿਆਦਾ ਫਿਕਰ ਆ ਕਿ ਇਹਦੇ ਸੱਟ ਲੱਗੀ ਹੋ ਹੈਗੀ ਤਾਂ ਇਹਨਾਂ ਨੂੰ ਕੀ ਆ, ਹਾਂਜੀ, ਇਹਨਾਂ ਦੇ ਵਿੱਚ ਇਹਦਾ ਕੀ ਰੌਲਾ, ਹਾਂਜੀ, ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਬੱਚਾ ਹੈਗਾ ਉਹ ਸਾਡੇ ਕੋਲ ਹੋਣਾ ਚਾਹੀਦਾ। ਹਾਂਜੀ। ਜਦੋਂ ਕਿ ਜਿਹੜੀ ਗੱਲ ਹੈਗੀ ਆ ਉਹ ਇਹ ਨਹੀਂ ਹੈਗੀ ਕਿਉਂਕਿ ਬੱਚੇ ਦੀ ਜਿਹੜੀ ਵੈਲਫੇਅਰ ਹੈਗੀ ਆ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਉਹ ਸਾਰਿਆਂ ਦਾ ਹੀ ਫਰਜ਼ ਹੈਗਾ ਜੀ ਕਿ ਬੱਚਾ ਜਿਹੜਾ ਹੈਗਾ ਆ ਉਹ ਖੁਸ਼ ਮਾਹੌਲ ਦੇ ਵਿੱਚ, ਅੱਛੀ ਇਨਵਾਇਰਨਮੈਂਟ ਦੇ ਵਿੱਚ, ਸੇਫ ਇਨਵਾਇਰਨਮੈਂਟ ਦੇ ਵਿੱਚ ਬੱਚਾ ਜਿਹੜਾ ਉਹ ਪਲ ਰਿਹਾ ਹੋਵੇ। ਜੀ। ਸੋ ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਅਗਰ ਤੁਸੀਂ ਆਪਣੀ ਕੋਈ ਕਹਾਣੀ ਦੱਸਦੇ ਆ ਜਾਂ ਤੁਸੀਂ ਆਪਣਾ ਪੱਖ ਦੱਸਦੇ ਆ, ਹਾਂਜੀ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਜਦੋਂ ਤੁਸੀਂ ਆਪਣਾ ਪੱਖ ਐਕਸਪਲੇਨ ਕਰੋ, ਉਹਨਾਂ ਨੂੰ ਦੱਸੋ ਜੀ, ਤਾਂ ਉਹ ਸੱਚ ਹੋਣਾ ਚਾਹੀਦਾ। ਉਹਦਾ ਮਤਲਬ ਇਹ ਆ ਕਿ ਅਗਰ ਤੁਸੀਂ ਕਹਿੰਦੇ ਕਿ ਬੱਚੇ ਦੇ ਸੱਟ ਜੀ 3 ਦਿਨ ਪਹਿਲਾਂ ਲੱਗੀ ਆ ਜੀ, ਪਰ ਜਦੋਂ ਡਾਕਟਰ ਉਹਨੂੰ ਅਸੈਸ ਕਰਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਸੱਟ 3 ਦਿਨ ਪੁਰਾਣੀ ਆ ਜਾਂ ਇਹ 10 ਦਿਨ ਪੁਰਾਣੀ ਆ ਜਾਂ ਇਹ ਮਹੀਨਾ ਪੁਰਾਣੀ ਆ ਜੀ। ਸੋ ਜਦੋਂ ਅਸੀਂ ਝੂਠ ਮੇਰੇ ਖਿਆਲ ਬੋਲਦੇ ਆ ਜਾਂ ਅਸੀਂ ਕੋਈ ਮਨ ਘੜਤ ਕਹਾਣੀ ਘੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਅਸੀਂ ਆਪਣੇ ਲਈ ਡੂੰਘਾ ਟੋਆ ਮੇਰੇ ਖਿਆਲ ਪੱਟ ਲੈਂਦੇ ਆ। ਡੈਫੀਨਿਟਲੀ। ਹੈ ਨਾ। ਸੋ ਦੂਸਰੀ ਗੱਲ ਇਹ ਹੈਗੀ ਹੈ ਦਰਸ਼ਕੋ, ਅਸੀਂ ਜਿਹੜੇ ਬਲਵੀਰ ਜੀ ਜਾਂ ਮੈਂ ਕੋਈ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ, ਉਹ ਸਾਡਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਅਸੀਂ ਕਿਸੇ ਪਰਿਵਾਰ ਦੀ ਜਾਂ ਕਿਸੇ ਬੱਚੇ ਦੀ ਜਾਂ ਕਿਸੇ ਦੀ ਗੱਲ ਕਰਕੇ ਉਹਨਾਂ ਦਾ ਨਸ਼ਰ ਕਰਨਾ ਹੈ। ਸਾਡਾ ਤਾਂ ਮਤਲਬ ਸਿਰਫ ਇਹ ਹੁੰਦਾ ਕਿ ਅਸੀਂ ਆਪਣਾ ਜਿਹੜਾ ਨੁਕਤਾ ਹੈਗਾ ਉਹਨੂੰ ਤੁਹਾਡੇ ਸਾਹਮਣੇ ਸਪਸ਼ਟ ਕਰ ਸਕੀਏ ਜੀ। ਬਿਲਕੁਲ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਜਿਹਦੇ ਵਿੱਚ ਇੱਦਾਂ ਦੇ ਵਤੀਰੇ ਜਿਹੜੇ ਹੈਗੇ ਆ ਦੇਖਣ ਨੂੰ ਮਿਲਦੇ ਆ, ਔਰ ਬਹੁਤ ਵਾਰੀ ਇੱਦਾਂ ਦੇ ਵਤੀਰੇ ਦੇ ਨਾਲ ਸਾਡਾ ਨੁਕਸਾਨ ਜਿਹੜਾ ਹੁੰਦਾ ਅਸੀਂ ਉਹ ਵੇਖਿਆ ਹੈਗਾ। ਇਹ ਨਵਦੀਪ ਜੀ, ਇਹ ਜਿੱਦਾਂ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਅਸੀਂ ਜਿਹੜੇ ਜਾਂ ਝੂਠੀ ਕਹਾਣੀ ਬਣਾ ਕੇ, ਹਾਂਜੀ, ਸੱਚ ਨਹੀਂ ਦੱਸਣਾ, ਹਾਂਜੀ, ਤੇ ਅਸੀਂ ਉਹਨਾਂ ਦਾ ਸਹਿਯੋਗ ਨਹੀਂ ਦੇਣਾ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਨੇ ਤਾਂ ਸਾਰੀ ਗੱਲ ਡੂੰਘਾਈ ਤੱਕ ਪਤਾ ਕਰਨੀ ਆ, ਹਾਂਜੀ,
ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸੱਟ ਲੱਗੀ ਨੂੰ ਕਿੰਨਾ ਚਿਰ ਹੋ ਗਿਆ। ਹਾਂਜੀ। ਐਂਡ ਉਹਨਾਂ ਦੇ ਕੋਲ ਵੀ ਗੁੱਡ ਆਈਡੀਆ ਹੁੰਦਾ ਹੈ ਕਿ ਇਹ ਜਿਹੜੀ ਸੱਟ ਚੋਟ ਹੈਗੀ ਆ ਉਹ ਕਿੱਦਾਂ ਲੱਗੀ ਹੋ ਸਕਦੀ। ਹਾਂਜੀ। ਜਿਸ ਤਰ੍ਹਾਂ ਹੁਣ ਮਿਸਾਲ ਦੇ ਤੌਰ ਤੇ ਕਹਿ ਲਓ ਕਿ ਕਿਸੇ ਬੱਚੇ ਦੀਆਂ ਉਹ ਪਸਲੀਆਂ ਟੁੱਟੀਆਂ। ਹਾਂਜੀ। ਤਾਂ ਜੇ ਬੱਚਾ ਹੀ ਹੈਗਾ ਕੋਈ 6 ਮਹੀਨੇ ਦਾ ਜੀ, ਤਾਂ ਉਹ ਬੱਚਾ ਆਪਣੀਆਂ ਪਸਲੀਆਂ ਕਿੱਦਾਂ ਤੋੜ ਸਕਦਾ? ਉਹ ਬੱਚੇ ਨੇ ਕਿਤੇ ਨੱਠ ਭੱਜ ਕਰਕੇ ਤੇ ਕਿਸੇ ਚੀਜ਼ ਦੇ ਵਿੱਚ ਤਾਂ ਵੱਜਣਾ ਨਹੀਂ ਹੈਗਾ। ਜੀ ਜੀ। ਤਾਂ ਉਹਨੂੰ ਤਾਂ ਜਿਹੜਾ ਕਿ ਉਹਦਾ ਕਾਰਨ ਹੋਊਗਾ, ਹੋਰ ਕੋਈ ਕਾਰਨ ਹੋਊਗਾ। ਬਿਲਕੁਲ। ਤੇ ਫਿਰ ਜਿਹੜਾ ਹੈਗਾ ਇਸ ਉਮਰ ਦਾ ਜਿਹੜਾ ਬੱਚਾ ਉਹਨੂੰ ਇਕੱਲਿਆਂ ਨੂੰ ਛੱਡਿਆ ਨਹੀਂ ਜਾ ਸਕਦਾ। ਹਾਂਜੀ। ਤਾਂ ਉਹਦੀ ਫਿਰ ਬੱਚੇ ਦੀ ਨਿਗਰਾਨੀ ਵੀ ਨਹੀਂ ਕੀਤੀ ਹੋਵੇਗੀ। ਬਿਲਕੁਲ। ਤਾਂ ਉਹਦੀ ਬੱਚੇ ਦੀ ਦੇਖਭਾਲ ਦੇ ਵਿੱਚ ਅਣਗਹਿਲੀ ਹੋਈ। ਹਾਂਜੀ। ਇਹ ਜਿਹੜੀਆਂ ਸੱਟਾਂ ਚੋਟਾਂ ਜਾਂ ਉਹ ਨੌਬਤ ਉੱਥੇ ਤੱਕ ਪਹੁੰਚੀ ਜੀ। ਤੇ ਜੇ ਜਿਹੜਾ ਵੀ ਉਹਦੀ ਗੱਲ ਦੀ ਇਨਕੁਆਇਰੀ ਕਰ ਰਿਹਾ, ਹਾਂਜੀ, ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇ ਤਾਂ ਉਹ ਤੁਹਾਨੂੰ ਅੱਛੇ ਤਰੀਕੇ ਤੁਹਾਨੂੰ ਉਹ ਗਾਈਡ ਕਰ ਸਕਦੇ ਆ। ਹਾਂਜੀ। ਕਿ ਇਹ ਕੰਮ ਇੱਦਾਂ ਨਹੀਂ ਜਾਂ ਇਹ ਗੱਲ ਇੱਦਾਂ ਨਹੀਂ, ਇਹ ਇੱਦਾਂ ਕਰਨੀ ਚਾਹੀਦੀ ਹੈ। ਤਾਂ ਅਸੀਂ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜੀ ਜੀ। ਤੇ ਅਸੀਂ ਸਿੱਖਣ ਦੀ ਬਜਾਏ ਮੰਨਣ ਤੋਂ ਇਨਕਾਰ ਕਰਕੇ ਗਲਤ ਰਾਹ ਦੇ ਉੱਤੇ ਤੁਰ ਪੈਂਦੇ ਹਾਂ। ਤੇ ਜਿਸ ਵੇਲੇ ਇੱਕ ਵਾਰ ਜਿਹੜੀ ਗੱਲ ਗਲਤ ਰਾਹ ਦੇ ਉੱਤੇ ਤੁਰ ਪਈ, ਉਹ ਅੱਗੇ ਤੇ ਅੱਗੇ ਵੱਧਦੀ ਕਈ ਦੂਰ ਤੱਕ ਚਲ ਜਾਂਦੀ ਆ। ਤਾਂ ਫਿਰ ਉਸ ਗੱਲ ਨੂੰ ਟਿਕਾਣੇ ਸਿਰ ਜਾਂ ਜੇ ਨੋਰਮੈਲਿਟੀ ਦੇ ਵਿੱਚ ਲਿਆਉਣ ਲਈ ਟਾਈਮ ਲੱਗ ਜਾਂਦਾ ਜੀ। ਹਾਂਜੀ ਬਲਵੀਰ ਜੀ, ਇਹ ਜਿਹੜੇ ਬੱਚੇ ਹੈਗੇ ਆ ਜਦੋਂ ਇੱਕ ਵਾਰੀ ਕੇਅਰ ਦੇ ਵਿੱਚ ਚਲ ਜਾਂਦੇ ਆ ਜੀ, ਕੀ ਇਹ ਸੰਭਵ ਹੈ ਕਿ ਉਹ ਵਾਪਸ ਆਪਣੇ ਪਰਿਵਾਰਾਂ ਕੋਲ ਆ ਸਕਣ, ਜਾਂ ਕੋਈ ਤੁਹਾਡੇ ਕੋਲ ਇੱਦਾਂ ਦੇ ਅੰਕੜੇ ਹੋਣ ਜਿਹੜੇ ਦੱਸਦੇ ਹੋਣ ਕਿ 100 ਦੇ ਵਿੱਚੋਂ 10% ਜਾਂ 20% ਜਾਂ 50% ਜਿਹੜੇ ਬੱਚੇ ਆ ਜੀ ਉਹ ਥੋੜ੍ਹੇ ਚਿਰ ਲਈ ਕੇਅਰ ਦੇ ਵਿੱਚ ਜਾਂਦੇ ਆ, ਔਰ ਫਿਰ ਜਦੋਂ ਜਿਹੜੀਆਂ ਗੱਲਾਂ ਹੈਗੀਆਂ ਉਹ ਠੀਕ ਹੁੰਦੀਆਂ ਆ, ਹਾਂਜੀ, ਜਾਂ ਜਿਨ੍ਹਾਂ ਗੱਲਾਂ ਬਾਰੇ ਸੋਸ਼ਲ ਸਰਵਿਸ ਧਿਆਨ ਦਿਵਾਉਂਦੀ ਆ, ਅਗਰ ਉਹਨਾਂ 'ਤੇ ਕੋਈ ਕੰਮ ਕਰਦੇ ਆ ਮਾਂ-ਬਾਪ, ਅਤੇ ਉਹ ਜਿਹੜੇ ਬੱਚੇ ਆ ਉਹ ਮਾਂ-ਬਾਪ ਦੇ ਕੋਲ ਵਾਪਸ ਜਿਹੜੇ ਆ ਉਹ ਆਉਂਦੇ ਆ, ਜਾਂ ਉਹ ਸੋਸ਼ਲ ਸਰਵਿਸਿਜ਼ ਵਾਲੇ ਜਿਹੜੇ ਬੱਚੇ ਆ ਉਹ ਮਾਂ-ਬਾਪ ਨੂੰ ਵਾਪਸ ਦੇ ਦਿੰਦੇ ਆ। ਕੋਈ ਇੱਦਾਂ ਦਾ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਬਿਲਕੁਲ ਨਵਦੀਪ ਜੀ, ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਜ਼ਿਕਰ ਕੀਤਾ, ਹਾਂਜੀ, ਕਿ ਤਕਰੀਬਨ 40,000 ਪਾਉਂਡ ਤੋਂ ਉੱਤੇ ਬੱਚੇ ਦੀ ਦੇਖਭਾਲ ਦੇ ਕਰਨ ਦੇ ਵਿੱਚ ਖਰਚ ਆਉਂਦਾ ਜੀ। ਤੇ ਜਿਹੜਾ ਕੋਈ ਵੀ ਮਹਿਕਮਾ, ਕੋਈ ਵੀ ਅਦਾਰਾ ਜਿਹੜਾ ਹੈਗਾ ਆ ਉਹ ਇਹ ਨਹੀਂ ਗਾ ਚਾਹੁੰਦਾ ਕਿ ਜਿਹੜਾ ਹੈਗਾ ਬੱਚਿਆਂ ਦੇ ਉੱਤੇ ਜਿਹੜੇ ਆ ਜੇ ਲੋੜ ਤੋਂ ਵੱਧ ਜਿਹੜਾ ਖਰਚਾ ਕੀਤਾ ਜਾਵੇ। ਤੇ ਉਹ ਆਮ ਇਹ ਚਾਹੁੰਦੇ ਹੁੰਦੇ ਕਿ ਬੱਚਾ ਆਪਣੀ ਜਿਹੜੀ ਨੋਰਮਲ ਜਿਹੜੀ ਉਹਨਾਂ ਦੀ ਇਨਵਾਇਰਨਮੈਂਟ ਹੈਗੀ ਆ, ਜਿਹੜਾ ਘਰੇਲੂ ਮਾਹੌਲ ਘਰ ਦੇ ਵਿੱਚ ਮਾਪਿਆਂ ਦੇ ਕੋਲ ਸਾਰਿਆਂ ਤੋਂ ਵਧੀਆ ਜਿਹੜੀ ਦੇਖਭਾਲ ਹੈਗੀ ਆ, ਮੇਰੇ ਖਿਆਲ ਦੇ ਵਿੱਚ ਉਹ ਮਾਪਿਆਂ ਦੇ ਮਾਂ-ਬਾਪ ਹੀ ਕਰ ਸਕਦੇ। ਹਾਂਜੀ, ਉਹ ਮਾਪੇ ਕਰ ਸਕਦੇ ਹੈਗੇ। ਤੇ ਜਿਹੜੀ ਮੇਰਾ ਖਿਆਲ ਕਿ 20-25% ਜਿਹੜੇ ਹੈਗੇ ਆ ਬੱਚੇ ਹੈਗੇ ਆ ਉਹ ਫਿਰ ਮੁੜ ਕੇ ਆਪਣੇ ਨੋਰਮਲ ਇਨਵਾਇਰਨਮੈਂਟ ਦੇ ਵਿੱਚ ਜੇ ਗਲਤ ਨਾ ਹੋਵਾਂ, ਹਾਂਜੀ, ਤਾਂ ਉਹ ਫਿਰ ਉਹ ਆ ਜਾਂਦੇ ਆ। ਠੀਕ ਹੈ। ਤੇ ਹਮੇਸ਼ਾ ਕੋਸ਼ਿਸ਼ ਇਹੀ ਹੈਗੀ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਆਪਣੀ ਨੋਰਮਲ ਇਨਵਾਇਰਨਮੈਂਟ ਦੇ ਵਿੱਚ ਪਾਇਆ ਜਾਵੇ ਜੀ। ਤੇ ਜੇ ਉਹ 100% ਨਹੀਂ ਵੀ ਆ ਸਕਦੇ, ਹਾਂਜੀ, ਤੇ ਇੱਕ ਬੱਚਿਆਂ ਦਾ ਹੱਕ ਵੀ ਆ, ਬੱਚਿਆਂ ਦੇ ਵਾਸਤੇ ਜ਼ਰੂਰੀ ਵੀ ਆ ਕਿ ਬੱਚਿਆਂ ਨੂੰ ਮਾਂ-ਬਾਪ ਦਾ ਪਿਆਰ ਮਿਲੇ, ਬੱਚਿਆਂ ਨੂੰ ਦਾਦੀ ਬਾਬੇ ਦਾ ਜਾਂ ਹੋਰ ਉਹਨਾਂ ਦੇ ਭੈਣ ਭਰਾਵਾਂ ਦਾ ਜਾਂ ਹੋਰ ਜਿਹੜੇ ਉਹਨਾਂ ਦੇ ਨਾਨੀ ਨਾਨਾ ਜਾਂ ਜਿਹੜੇ ਵੀ ਕਲੋਜ਼ ਫੈਮਿਲੀ ਦੇ ਵਿੱਚ ਹੈਗੇ ਆ ਉਹਨਾਂ ਦਾ ਉਹਨੂੰ ਖੁਸ਼ਹਾਲ ਮਾਹੌਲ ਮਿਲੇ ਤਾਂ ਉਹ ਵਧੀਆ ਉਹਨਾਂ ਦੀ ਪਰਵਰਿਸ਼ ਹੋਵੇਗੀ। ਠੀਕ ਹੈ। ਤੇ ਜਿਹੜੇ ਜਿਸ ਤਰ੍ਹਾਂ ਹੁਣ ਸੋਸ਼ਲ ਸਰਵਿਸਿਜ਼ ਦਾ ਵੀ ਇਹੀ ਮੁੱਖ ਮਕਸਦ ਜਿਹੜਾ ਹੁੰਦਾ ਕਿ ਬੱਚਿਆਂ ਨੂੰ ਉਸੇ ਮਾਹੌਲ ਦੇ ਵਿੱਚ ਰੱਖਿਆ ਜਾਵੇ ਤਾਂ ਵਧੀਆ ਉਹਨਾਂ ਦੀ ਪਰਵਰਿਸ਼ ਹੋਵੇ। ਤੇ ਇਹ ਤਾਂ ਆਖਰੀ ਤਰੀਕਾ ਹੈਗਾ ਕਿ ਜੇ ਫਿਰ ਨਾ ਹੀ ਸਰਦਾ ਹੋਵੇ ਤਾਂ ਉਹਨਾਂ ਨੂੰ ਫਿਰ ਆਈਸੋਲੇਟ ਕਰਨਾ ਪੈਂਦਾ, ਨਹੀਂ ਤਾਂ ਉਹਨਾਂ ਨੂੰ ਮੁੜ ਕੇ ਉਹ ਉੱਥੇ ਬਹਾਲ ਕਰ ਦਿੰਦੇ ਆ ਜੀ। ਬਲਵੀਰ ਜੀ, ਇੱਕ ਜਿਹੜਾ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ ਉਹ ਇਹ ਸੀ ਕਿ ਇਹ ਤਾਂ ਚਲੋ ਡਾਇਰੈਕਟ ਹੋ ਗਿਆ ਵੀ ਕਿਤੇ ਕੁੱਟਮਾਰ ਹੋਈ ਆ, ਬੱਚਾ ਨੈਗਲੈਕਟ ਹੋ ਰਿਹਾ ਜੀ, ਕੀ ਕੋਈ ਇੱਦਾਂ ਦਾ ਕਾਰਨ ਵੀ ਹੋ ਸਕਦਾ ਕਿ ਜਿੱਥੇ ਜਿਹੜੇ ਪੇਰੈਂਟਸ ਹੈਗੇ ਆ, ਬੱਚੇ ਦੇ ਮਾਂ-ਬਾਪ ਹੈਗੇ ਆ, ਉਹਨਾਂ ਦੀ ਮਾਨਸਿਕ ਸਿਹਤ ਠੀਕ ਨਾ ਹੋਵੇ ਜੀ, ਜਾਂ ਉਹਨਾਂ ਦੀ ਸਰੀਰਕ ਸਿਹਤ ਠੀਕ ਨਾ ਹੋਵੇ, ਜਾਂ ਉਹਨਾਂ ਦਾ ਜਿਹੜਾ ਹੈਗਾ ਆ ਆਰਥਿਕ ਜਿਹੜੀ ਸਥਿਤੀ ਉਹਨਾਂ ਦੀ ਹੈਗੀ ਆ ਜੀ ਉਹ ਇੰਨੀ ਵਧੀਆ ਨਾ ਹੋਵੇ ਜਿਹਦੇ ਵਿੱਚ ਉਹ ਆਪਣੇ ਬੱਚੇ ਦਾ ਪੂਰਾ ਧਿਆਨ ਰੱਖ ਸਕਣ, ਕਿ ਉੱਥੇ ਵੀ ਸੋਸ਼ਲ ਸਰਵਿਸਿਜ਼ ਜਿਹੜੀ ਹੈਗੀ ਆ ਉਹ ਇੰਟਰਵੈਂਸ਼ਨ ਕਰਦੀ ਆ, ਜਾਂ ਤੁਹਾਨੂੰ ਉਹਦੇ ਲਈ ਉਹ ਕੋਈ ਹੋਰ ਹੱਲ ਮੁਹੱਈਆ ਕਰਾਉਂਦੀ ਆ ਕਿ ਅਸੀਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਬੈਨੀਫਿਟਸ ਦੇ ਸਕਦੇ ਹੈਗੇ ਆ। ਮੰਨ ਲਓ ਜੇ ਕਿਤੇ ਆਰਥਿਕ ਤੰਗੀ ਹੈਗੀ ਆ, ਅਗਰ ਮਾਂ-ਬਾਪ ਦੀ ਜਿਹੜੀ ਸਿਹਤ ਆ, ਮਾਨਸਿਕ ਸਿਹਤ ਠੀਕ ਨਹੀਂ ਹੈਗੀ, ਉਹ ਆਪਣੀ ਸਾਂਭ ਨਹੀਂ ਕਰ ਸਕਦੇ, ਤਾਂ ਬੱਚੇ ਦੀ ਉਹਨਾਂ ਨੇ ਕੀ ਕਰਨੀ ਆ, ਉਹਦੇ ਲਈ ਉਹ ਉਹਨਾਂ ਨੂੰ ਕੁਛ ਮਦਦ ਕਰਦੇ ਹੋਣ। ਸੋ ਇੱਦਾਂ ਦੀਆਂ ਸੇਵਾਵਾਂ ਵੀ ਮੇਰਾ ਖਿਆਲ ਜ਼ਰੂਰ ਉਪਲਬਧ ਹੋਣਗੀਆਂ ਜੀ। ਨਵਦੀਪ ਜੀ, ਆ ਦੇਖੋ ਹੁਣ
ਆ ਪਿਛਲੇ ਜਿਹੜਾ ਹੈਗਾ ਸਾਲ ਤੋਂ ਉੱਤੇ ਹੋ ਹਾਂਜੀ ਗਿਆ ਜੀ ਤੇ ਤਕਰੀਬਨ 1.5 ਸਾਲ ਤੋਂ ਉੱਤੇ ਹੋ ਗਿਆ ਹਾਂਜੀ। ਕਿ ਇਸ ਮਾਹੌਲ ਇਸ ਮੁਲਕ ਦੇ ਵਿੱਚ ਕਰੋਨੇ ਦਾ ਦੌਰ ਚੱਲ ਜੀ। ਰਿਹਾ ਸੀ ਤੇ ਇਹ ਵੀ ਇੱਕ ਫੈਕਟ ਹੈਗਾ ਕਿ ਇਸ ਕਰੋਨੇ ਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੀ ਮਾਨਸਿਕਤਾ ਹੈਗੀ ਆ ਉਸ ਦੇ ਉੱਤੇ ਇਹ ਕਰੋਨੇ ਦਾ ਇਸ ਬਿਮਾਰੀ ਦਾ ਬਹੁਤ ਅਸਰ ਪਿਆ। ਹਾਂਜੀ ਤਾਂ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਆ ਉਹ ਇਸ ਜਿਹੜੇ ਹੈਗੇ ਆ ਉਹ ਜਿੱਦਾਂ ਕਹਿ ਲਓ ਕਿ ਡਿਪਰੈਸ਼ਨ ਹੋ ਗਿਆ ਹਾਂਜੀ ਉਹਦੇ ਸ਼ਿਕਾਰ ਹੋਏ। ਹਾਂਜੀ ਤੇ ਜ਼ਾਹਰ ਹੈ ਇਹਦਾ ਜਿਹੜਾ ਅਸਰ ਹੈਗਾ ਉਹ ਬੱਚਿਆਂ ਦੇ ਉੱਤੇ ਵੀ ਪੈਂਦਾ। ਬਿਲਕੁਲ। ਸੋ ਪਹਿਲੀ ਤਾਂ ਗੱਲ ਹੈਗੀ ਹੈ ਕਿ ਬਹੁਤ ਸਾਰੇ ਪਰਿਵਾਰਾਂ ਦੀ ਆਮਦਨ ਦੇ ਉੱਤੇ ਹਾਂਜੀ ਅਸਰ ਹੋਇਆ ਜੀ। ਉਹਨਾਂ ਦੀ ਸਿਹਤ ਦੇ ਉੱਤੇ ਅਸਰ ਹੋਇਆ ਹਾਂਜੀ ਤੇ ਫਿਰ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਹੋਇਆ ਜੀ। ਤੇ ਜਿਸ ਵੇਲੇ ਜਿਹੜੇ ਮਾਪੇ ਹੈਗੇ ਆ ਉਹ ਇਸ ਦੌਰ ਦੇ ਵਿੱਚ ਗੁਜ਼ਰ ਰਹੇ ਹੁੰਦੇ ਆ ਹਾਂਜੀ ਤੇ ਜ਼ਾਹਰ ਹੈ ਕਿ ਇਹਦਾ ਜਿਹੜਾ ਅਸਰ ਹੈਗਾ ਆ ਉਹ ਬੱਚਿਆਂ ਦੇ ਉੱਤੇ ਹੋਣਾ ਹਾਂਜੀ। ਤੇ ਫਿਰ ਜਿਸ ਵੇਲੇ ਬੱਚਿਆਂ ਦੇ ਉੱਤੇ ਅਸਰ ਹੋਣਾ ਤਾਂ ਉਹ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਜਿਹੜੇ ਬਾਕੀ ਦੇ ਅਦਾਰੇ ਉਹਨਾਂ ਸਾਰਿਆਂ ਨੇ ਉਹ ਨੋਟਿਸ ਕਰਨਾ ਜੀ। ਤੇ ਫਿਰ ਇਹ ਜਿਹੜੇ ਸਾਰੇ ਅਦਾਰੇ ਆ ਜਿਸ ਤਰ੍ਹਾਂ ਕਿ ਅਸੀਂ ਗੱਲ ਕਰਕੇ ਹਟੇ ਹਾਂ ਕਿ ਮਾਹੌਲ ਨੂੰ ਸੁਧਾਰਨੇ ਦੀ ਗੱਲ ਆ ਹਾਂਜੀ ਕਿ ਜਿਹੜਾ ਬੱਚੇ ਦੇ ਵਾਸਤੇ ਆਮ ਮਾਹੌਲ ਹੈਗਾ ਅਸੀਂ ਉਸ ਨੂੰ ਕਿਸ ਤਰ੍ਹਾਂ ਬਿਹਤਰ ਬਣਾਈਏ ਹਾਂਜੀ ਤਾਂ ਕਿ ਬੱਚੇ ਦੇ ਵਾਸਤੇ ਵੀ ਜਿਹੜਾ ਵਧੀਆ ਮਾਹੌਲ ਹੋ ਸਕੇ। ਹਾਂਜੀ ਤੇ ਨਾਲ ਨਵਦੀਪ ਜੀ ਇਹ ਵੀ ਹੈਗਾ ਕਿ ਜੇ ਹੁਣ ਜਿਹੜੇ ਬੱਚੇ ਹੈਗੇ ਆ ਉਹ ਇਸ ਦੇ ਵਿੱਚ ਦੀ ਗੁਜ਼ਰ ਰਹੇ ਆ ਤਾਂ ਫਿਰ ਮਾਪੇ ਵੀ ਖੁਸ਼ ਨਹੀਂ ਹੋਣਗੇ। ਬਿਲਕੁਲ। ਤਾਂ ਉਹਨਾਂ ਦੇ ਉੱਤੇ ਫਿਰ ਉਹ ਜਿਹੜਾ ਹੋਰ ਜ਼ਿਆਦਾ ਅਸਰ ਹੋਣਾ। ਤਾਂ ਫਿਰ ਇਹਦੇ ਵਿੱਚ ਤੁਹਾਡਾ ਜਿਹੜਾ ਡਾਕਟਰ ਹੈਗਾ ਉਹ ਵੀ ਮਦਦ ਕਰ ਸਕਦਾ। ਹਾਂਜੀ। ਜਿਹੜੇ ਸੋਸ਼ਲ ਵਰਕਰਸ ਹੈਗੇ ਆ ਉਹ ਵੀ ਮਦਦ ਕਰ ਸਕਦੇ ਆ ਜੀ। ਪਰ ਇਹ ਫਿਰ ਡਿਪੈਂਡ ਕਰਦਾ ਕਿ ਪਹਿਲਾਂ ਤੁਸੀਂ ਉਹ ਜਿਹੜੀ ਮਦਦ ਹੈਗੀ ਉਹ ਲੱਭੋ ਤੇ ਸਹੀ। ਉਹਦਾ ਤੁਸੀਂ ਪਤਾ ਤਾਂ ਕਰੋ ਕਿ ਜਿਹੜੀ ਮਦਦ ਹੈਗੀ ਉਹ ਕਿੱਥੋਂ ਮਿਲ ਸਕਦੀ ਹੈ ਤੇ ਮਦਦ ਲੈਣ ਦੇ ਵਾਸਤੇ ਮੈਂ ਕੀ ਕਰਾਂ। ਹਾਂਜੀ। ਤੇ ਜੇ ਤਾਂ ਤੁਸੀਂ ਉਸੇ ਸਰਕਲ ਦੇ ਵਿੱਚ ਘੁੰਮੀ ਜਾਣਾ ਕਿ ਮੈਂ ਹੀ ਸਿਰਫ ਇਹਦੇ ਨਾਲ ਡੀਲ ਕਰਨਾ ਹਾਂਜੀ ਤੇ ਫਿਰ ਗੱਲ ਜਿਹੜੀ ਹੈਗੀ ਉਹ ਔਖੀ ਹੋ ਜਾਂਦੀ ਆ। ਬਿਲਕੁਲ। ਪਰ ਬੈਟਰ ਆ ਕਿ ਅਸੀਂ ਆਪਣੀ ਮਦਦ ਆਪ ਕਰਨੇ ਦੇ ਵਿੱਚ ਇਹਦੀ ਬਜਾਏ ਕਿ ਅਸੀਂ ਗੱਲ ਨੂੰ ਲੁਕੋ ਕੇ ਰੱਖੀਏ। ਇਹ ਅਸੀਂ ਸਾਡੇ ਮੁਆਸ਼ਰੇ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਸ ਗੱਲ ਨੂੰ ਬਹੁਤ ਛੁਪਾ ਕੇ ਰੱਖਿਆ ਜਾਂਦਾ। ਜੇ ਨਾ ਕੋਈ ਮਾਨਸਿਕਤਾ ਵਾਲੀ ਅਸਰ ਹੋਵੇ ਜਾਂ ਅਸੀਂ ਡਿਪਰੈਸ਼ਨ ਦੇ ਵਿੱਚ ਹੈਗੇ ਆ ਤੇ ਜਦ ਸਾਡੀ ਜਿਹੜੀ ਮਾਨਸਿਕ ਤੌਰ ਤੇ ਸਿਹਤ ਖਰਾਬ ਹੈਗੀ ਆ ਅਸੀਂ ਉਸ ਨੂੰ ਲੁਕੋ ਕੇ ਰੱਖਦੇ ਆ। ਇਹਦੀ ਬਜਾਏ ਕਿ ਅਸੀਂ ਡਾਕਟਰ ਦੇ ਜਾਈਏ ਜਾਂ ਅਸੀਂ ਹੋਰ ਸਹਾਇਤਾ ਜਿਹੜੀ ਹੈਗੀ ਆ ਉਹ ਸਾਨੂੰ ਉਪਲਬਧ ਹੋ ਸਕਦੀ ਅਸੀਂ ਉਹ ਲੱਭੀਏ। ਅਸੀਂ ਉਸ ਗੱਲ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਸਵੀਪ ਦੀ ਅੰਡਰ ਕਾਰਪੇਟ। ਹਾਂਜੀ। ਪਰ ਉਹ ਇਸ ਤਰ੍ਹਾਂ ਹੋ ਨਹੀਂ ਸਕਦੀ। ਉਹ ਸਾਰੀ ਗੱਲ ਸਾਹਮਣੇ ਜ਼ਾਹਰ ਹੁੰਦੀ ਆ। ਹਾਂਜੀ। ਜਦੋਂ ਕਿ ਸਾਨੂੰ ਜਿਹੜੀ ਇਹਦੇ ਬਾਬਤ ਉਹ ਸਹਾਇਤਾ ਲੱਭਣੀ ਚਾਹੀਦੀ ਆ। ਬਿਲਕੁਲ ਬਿਲਕੁਲ। ਹਾਂਜੀ। ਸਿਆਣੇ ਵੀ ਮੇਰਾ ਖਿਆਲ ਇਹੀ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਆਪਣਾ ਦੁੱਖ ਜਿਹੜਾ ਹੈਗਾ ਕਿਸੇ ਨਾਲ ਵੰਡਦੇ ਆ ਤਾਂ ਉਹ ਅੱਧਾ ਹੁੰਦਾ। ਇੱਕ ਗੱਲ ਜਿਹੜੀ ਸਾਨੂੰ ਹਮੇਸ਼ਾ ਹੀ ਜਿਹਦੇ ਤੇ ਕਰਕੇ ਅਸੀਂ ਜੱਕ ਜਾਂਦੇ ਆ ਉਹ ਇਹ ਹੁੰਦੀ ਆ ਕਿ ਅਗਰ ਅਸੀਂ ਕਿਸੇ ਕੋਲ ਗੱਲ ਕਰਾਂਗੇ ਕਿਸੇ ਕੋਲੋਂ ਸਲਾਹ ਲਵਾਂਗੇ ਤੇ ਸਾਡੀ ਜਿਹੜੀ ਘਰ ਦੀ ਗੱਲ ਆ ਉਹ ਬਹੁਤ ਦੂਰ ਤੱਕ ਜਿਹੜੀ ਹੈਗੀ ਆ ਉਹ ਫੈਲ ਜਾਊਗੀ। ਲੋਕਾਂ ਨੂੰ ਸਾਡੀ ਘਰ ਦੀ ਸਥਿਤੀ ਦਾ ਪਤਾ ਲੱਗੂਗਾ। ਸਾਡੀ ਜਿਹੜੀ ਸਥਿਤੀ ਆ ਉਹ ਹਾਸੋਹੀਣੀ ਬਣੂਗੀ। ਸੋ ਮੇਰਾ ਖਿਆਲ ਜਿਹੜੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ ਜੀ ਤੁਸੀਂ ਕੁਛ ਕਿਹਾ ਵੀ ਹੈਗਾ ਲਾਇਬ੍ਰੇਰੀ ਵੀ ਤੁਹਾਡੇ ਇਸ ਕੰਮ ਦੇ ਲਈ ਕਾਫੀ ਮਦਦਗਾਰ ਹੋ ਸਕਦੀ ਹੈ। ਜੇ ਅਗਰ ਤੁਹਾਨੂੰ ਨਹੀਂ ਪਤਾ ਹੈਗਾ ਤੇ ਤੁਸੀਂ ਲਾਇਬ੍ਰੇਰੀ ਵਿੱਚ ਜਾ ਸਕਦੇ ਹੈਗੇ ਆ। ਉਹਨਾਂ ਨੂੰ ਇਹ ਨਹੀਂ ਪੁੱਛਣਾ ਕਿ ਸਾਨੂੰ ਇਸ ਗੱਲ ਦੀ ਲੋੜ ਆ ਤਾਂ ਉਹ ਤੁਹਾਨੂੰ ਕਿਸੇ ਮਹਿਕਮੇ ਦਾ ਨੰਬਰ ਉਹਨਾਂ ਨਾਲ ਰਾਬਤਾ ਕਿੱਦਾਂ ਕਰਨਾ ਉਹ ਤੁਹਾਨੂੰ ਲੱਭ ਕੇ ਮੇਰੇ ਖਿਆਲ ਆਸਾਨੀ ਨਾਲ ਜਿਹੜਾ ਹੈਗਾ ਉਹ ਦੇ ਸਕਦੇ ਆ। ਮੈਂ ਕਹੂੰਗਾ ਕਿ ਜਿਹੜੀ ਲਾਇਬ੍ਰੇਰੀ ਹੈ ਨਾ ਹਾਂਜੀ ਜੇ ਹੋ ਸਕੇ ਤਾਂ ਉਹਨੂੰ ਫਸਟ ਸੋਰਸ ਬਣਾਉਣਾ ਚਾਹੀਦਾ ਜੀ। ਕਿਉਂਕਿ ਲਾਇਬ੍ਰੇਰੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਲੀਫਲੇਟ ਹੁੰਦੇ ਆ ਹਾਂਜੀ ਤੇ ਬਹੁਤ ਤਰ੍ਹਾਂ ਦੀ ਜਾਣਕਾਰੀ ਹੁੰਦੀ ਆ ਹਾਂਜੀ ਤੇ ਉਹ ਤੁਹਾਨੂੰ ਜਿੱਦਾਂ ਉਹ ਸਹੀ ਰਸਤੇ ਜਿਹੜੇ ਹੈਗੇ ਆ ਉਹ ਹਾਂਜੀ ਸਾਈਨ ਪੋਸਟਿੰਗ ਉਹ ਕਰ ਸਕਦੇ ਆ ਜੀ। ਤੇ ਉਹਦੇ ਨਾਲੇ ਨਾਲ ਜੇ ਹੁਣ ਜਿਸ ਤਰ੍ਹਾਂ ਕਈਆਂ ਇਲਾਕਿਆਂ ਦੇ ਵਿੱਚ ਨਵਦੀਪ ਜੀ ਰੀਸੈਂਟਲੀ ਜਿਹੜੀਆਂ ਲਾਇਬ੍ਰੇਰੀਆਂ ਹੈਗੀਆਂ ਹਾਂਜੀ ਉਹ ਬੰਦ ਵੀ ਬਹੁਤ ਕਰ ਦਿੱਤੀਆਂ ਗਈਆਂ ਜੀ ਤੇ ਜਿਹੜੀਆਂ ਹੈਗੀਆਂ ਉਹ ਕੱਟਸ ਦੇ ਕਰਕੇ ਤੇ ਜੇ ਲਾਇਬ੍ਰੇਰੀ ਤੱਕ ਨਹੀਂ ਪਹੁੰਚ ਕੀਤੀ ਜਾ ਸਕਦੀ ਹਾਂਜੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਟਾਊਨਾਂ ਦੇ ਵਿੱਚ ਜਿਸ ਤਰ੍ਹਾਂ ਕਮਿਊਨਿਟੀ ਸੈਂਟਰ ਵੀ ਹੁੰਦੇ ਆ ਹਾਂਜੀ ਉੱਥੇ ਵੀ ਜਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਆ ਬਿਲਕੁਲ। ਤੇ ਜੇ ਹੋਰ ਨਹੀਂ ਸਾਰਿਆਂ ਦੇ ਇਸ ਮੁਲਕ ਦੇ ਵਿੱਚ ਡਾਕਟਰ ਹੁੰਦੇ ਆ ਜੀ ਤਾਂ ਡਾਕਟਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹਾਂਜੀ। ਤਾਂ ਜੇ ਜਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਵੇ ਤਾਂ ਫਿਰ ਤੁਸੀਂ ਈਵਨ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਾ ਕੇ ਬੇਸ਼ੱਕ ਸਾਡੇ ਮੁਆਸ਼ਰੇ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਨਹੀਂ ਜੀ ਪੁਲਿਸ ਤੋਂ ਦੂਰ ਰਹੋ ਤੁਸੀਂ ਜੀ ਉਹ ਵੀ ਤੁਹਾਨੂੰ ਉਹ ਸਾਈਨ ਪੋਸਟਿੰਗ ਕਰ ਸਕਦੇ ਖਾਸ ਕਰ ਜਿਸ ਤਰ੍ਹਾਂ ਹੁਣ ਬੱਚਿਆਂ ਦੇ ਕੇਸ ਦੇ ਵਿੱਚ ਤਾਂ ਉਹ ਫਿਰ ਉਹ ਪੁਲਿਸ ਵਾਲੇ ਸਿੱਧਾ ਆਪ ਡਾਇਰੈਕਟਲੀ
ਜੇ ਕੋਈ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਕੋਈ ਕ੍ਰਿਮੀਨਲ ਗੱਲਬਾਤ ਨਾ ਹੋਵੇ ਹਾਂਜੀ। ਉਹ ਇਨਵੋਲਵ ਨਹੀਂ ਹੁੰਦੇ ਜੀ। ਉਹ ਜਿਸ ਤਰ੍ਹਾਂ ਜੇ ਉਹਨਾਂ ਨੂੰ ਮਤਲਬ ਵਿੱਚ ਇਨਵੋਲਵ ਕੀਤਾ ਜਾਂਦਾ ਕੋਈ ਤਫਤੀਸ਼ ਕਰਨ ਦੇ ਵਾਸਤੇ ਤਾਂ ਫਿਰ ਉਹ ਉਹਦੇ ਵਿੱਚ ਇਨਵੋਲਵ ਹੁੰਦੇ ਆ, ਜੀ। ਉਹਨਾਂ ਦੇ ਕੋਲੋਂ ਵੀ ਮਦਦ ਲਈ ਜਾ ਸਕਦੀ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਮਦਦ ਲੈਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਕਰਨੀ ਚਾਹੀਦੀ। ਹਾਂਜੀ, ਬਿਲਕੁਲ। ਤਾਂ ਕਿ ਤੁਸੀਂ ਜਿਹੜੀ ਹੈ ਸਹੀ ਤਰੀਕੇ ਨਾਲ ਮਦਦ ਹੋ ਸਕੇ। ਹਾਂਜੀ। ਤਾਂ ਉਸ ਜਿਹੜਾ ਇੰਤਜ਼ਾਮ ਕਰਕੇ ਤਾਂ ਅਸੀਂ ਉਸ ਦੁਬਿਧਾ ਦੇ ਵਿੱਚੋਂ ਉਸ ਇਸ਼ੂ ਦੇ ਨਾਲ ਡੀਲ ਕਰ ਸਕੀਏ। ਹਾਂਜੀ। ਜਿਹੜੇ ਸਾਡੇ ਦਰਸ਼ਕ, ਸਾਡੇ ਭੈਣ ਭਰਾ ਇੰਟਰਨੈਟ ਵਰਤ ਸਕਦੇ ਆ ਜਾਂ ਵਧੀਆ ਉਹ ਯੂਜ਼ ਉਹਨਾਂ ਨੂੰ ਹੈਗਾ, ਇੱਕ ਆਰਗੇਨਾਈਜੇਸ਼ਨ ਹੈਗੀ ਆ ਟਰਨ ਟੂ ਅਸ। ਇਹ ਮੇਰੇ ਖਿਆਲ ਜਿਹੜੀ ਹੈਗੀ ਆ ਸਿਟੀਜ਼ਨ ਐਡਵਾਈਸ ਬਿਊਰੋ, ਉਹਦਾ ਹੀ ਹਿੱਸਾ ਹੈਗਾ। ਉਹਦੇ ਵਿੱਚ ਬੜੀ ਡੀਟੇਲ ਦੇ ਨਾਲ ਲਿਖਿਆ ਹੈਗਾ ਕਿ ਕਿਹੜੇ ਬੈਨੀਫਿਟ ਹੈਗੇ ਆ, ਉਹ 'ਤੇ A to Z ਆਫ ਦ ਬੈਨੀਫਿਟਸ ਹੈਗਾ। ਸੋ ਉਹ ਤੁਹਾਨੂੰ ਕਿੱਥੋਂ ਮਦਦ ਮਿਲ ਸਕਦੀ, ਕਿਹੜੀ ਬੈਨੀਫਿਟ ਮਿਲ ਸਕਦਾ, ਉਹਦੇ ਬਾਰੇ ਤੁਸੀਂ ਜਿਹੜੀ ਹੈਗੀ ਗੱਲ ਕਰ ਸਕਦੇ ਹਾਂ। ਬਲਬੀਰ ਜੀ, ਆਪਾਂ ਆਪਣੇ ਪ੍ਰੋਗਰਾਮ ਵੱਲ ਨੂੰ ਅਖੀਰ ਵੱਲ ਨੂੰ ਵੱਧ ਰਹੇ ਹਾਂ ਜੀ। ਕੋਈ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋਵੋ ਜਾਂ ਆਪਾਂ ਕਵਰ ਨਾ ਕੀਤੀ ਹੋਵੇ, ਜਿਹੜੇ ਸਾਡੇ ਦਰਸ਼ਕਾਂ ਦੇ ਫਾਇਦੇਮੰਦ ਹੋਵੇ, ਸੋ ਇੱਕ ਅੱਧੇ ਮਿੰਟ ਦੇ ਵਿੱਚ ਅਗਰ ਤੁਸੀਂ ਉਹ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਉਹ ਗੱਲ ਸਾਂਝੀ ਕਰੋ। ਜੀ। ਆਖਰ ਦੇ ਵਿੱਚ ਨਵੀਰ ਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਅਦਾਰੇ ਸਾਡੀ ਸਹਾਇਤਾ ਦੇ ਵਾਸਤੇ ਨਿਯੁਕਤ ਕੀਤੇ ਗਏ ਆ, ਉਹ ਹੈਗੇ ਆ, ਉਹਨਾਂ ਦਾ ਪੂਰਾ ਜਿਹੜਾ ਫਾਇਦਾ ਉਠਾਉਣਾ ਚਾਹੀਦਾ। ਹਾਂਜੀ। ਉਹਨਾਂ ਤੋਂ ਸਹਾਇਤਾ ਲੈਣੀ ਚਾਹੀਦੀ ਆ। ਹਾਂਜੀ। ਬੱਚੇ ਦੀ ਦੇਖਭਾਲ ਕਰਨ ਦੇ ਵਿੱਚ ਤੁਸੀਂ ਇਕੱਲੇ ਨਹੀਂ ਹੈਗੇ। ਹਾਂਜੀ। ਉਹਦੇ ਵਿੱਚ ਉਹ ਸਾਰੇ ਸ਼ਾਮਲ ਹੈਗੇ ਆ, ਤਾਂ ਉਹਨਾਂ ਨੂੰ ਸਾਰਿਆਂ ਨੂੰ ਸ਼ਾਮਲ ਕਰਨਾ ਵੀ ਚਾਹੀਦਾ। ਜੀ। ਤੇ ਕਈ ਦਫਾ ਜੇ ਤੁਹਾਨੂੰ ਨਹੀਂ ਪਤਾ, ਜਦੋਂ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਆ, ਹਾਂਜੀ, ਕਿ ਹੋਰ ਕਿਸੇ ਤੋਂ ਵੀ ਪਤਾ ਕੀਤਾ ਜਾ ਸਕਦਾ ਜੀ ਕਿ ਮੈਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤੇ ਇਹਦੀ ਜਿਹੜੀ ਹੈਗੀ ਆ ਉਹ ਮੈਂ ਸਹਾਇਤਾ ਕਿੱਥੋਂ ਲੈ ਸਕਾਂ। ਜੀ। ਤੇ ਜੇ ਬੱਚੇ ਨਰਸਰੀ ਦੇ ਵਿੱਚ ਜਾਂਦੇ ਆ, ਹਾਂਜੀ, ਤੇ ਜਾਂ ਬੱਚੇ ਸਕੂਲ ਦੇ ਵਿੱਚ ਜਾਂਦੇ ਆ, ਹਾਂਜੀ, ਬਹੁਤ ਸਾਰੇ ਮੁੱਦਿਆਂ ਤੇ ਬਹੁਤ ਸਾਰੇ ਇਸ਼ੂ ਤੇ ਸਾਨੂੰ ਉੱਥੋਂ ਮਦਦ ਮਿਲ ਸਕਦੀ ਆ। ਜੀ। ਤਾਂ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਸਾਨੂੰ ਉਹ ਵਰਤਣੀਆਂ ਚਾਹੀਦੀਆਂ। ਹਾਂਜੀ। ਤੇ ਮਾਪਿਆਂ ਨੂੰ ਵੀ ਆਪ ਪੜ੍ਹਨਾ ਚਾਹੀਦਾ, ਲੀਫਲੈਟ ਪੜ੍ਹਨੇ ਚਾਹੀਦੇ ਆ। ਜੀ। ਤੇ ਜਿਸ ਤਰ੍ਹਾਂ ਵੀ ਜਿੱਥੋਂ ਵੀ ਜਾਣਕਾਰੀ ਮਿਲਦੀ ਆ ਉਹ ਜਾਣਕਾਰੀ ਲੈਣੀ ਚਾਹੀਦੀ ਹੈ, ਪਿੱਛੇ ਨਹੀਂ ਰਹਿਣਾ ਚਾਹੀਦਾ। ਤੇ ਆਪਣੇ ਜਿਹੜੇ ਬੱਚਿਆਂ ਦੀ ਤੁਸੀਂ ਦੇਖਭਾਲ ਕਰੋਗੇ, ਬੱਚੇ ਜਿਹੜੇ ਮੁਲਕ ਦਾ, ਬੱਚੇ ਤੁਹਾਡੇ ਪਰਿਵਾਰ ਦਾ, ਉਹ ਬੱਚੇ ਭਵਿੱਖ ਹੁੰਦੇ ਆ। ਜੀ। ਤਾਂ ਉਹਨਾਂ ਦੇ ਜਿਹੜੀ ਪਰਵਰਿਸ਼ ਹੈਗੀ ਆ ਉਹ ਖੁਸ਼ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਆ। ਬਿਲਕੁਲ। ਬਲਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਮੇਰੇ ਖਿਆਲ ਸਾਡੇ ਦਰਸ਼ਕਾਂ ਨੂੰ ਜਿਹੜਾ ਇਹ ਅੱਜ ਦਾ ਸਾਡਾ ਪ੍ਰੋਗਰਾਮ ਹੈਗਾ ਉਹ ਵਧੀਆ ਲੱਗਾ ਹੋਊਗਾ। ਤੁਸੀਂ ਸਾਨੂੰ 030007702246 ਇਹ ਕਾਂਸ਼ੀ ਟੀਵੀ ਦਾ ਨੰਬਰ ਹੈਗਾ, ਇਹਦੇ 'ਤੇ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੈਗੇ ਆ, ਤੁਸੀਂ ਸਾਨੂੰ ਦੱਸ ਸਕਦੇ ਹੈਗੇ ਆ। ਇੱਕ ਜੋ ਮੈਂ ਹੋਰ ਅਪੀਲ ਕਰਨੀ ਚਾਹੁੰਦਾ ਉਹ ਇਹ ਕਿ ਅਗਰ ਸਾਡੇ ਦਰਸ਼ਕ ਸਾਨੂੰ ਇਹ ਦੱਸਣ ਕਿ ਅਸੀਂ ਕਿਹਨਾਂ ਮੁੱਦਿਆਂ 'ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰੀਏ, ਉਹ ਵੀ ਬਹੁਤ ਫਾਇਦੇਮੰਦ ਹੋਵੇਗਾ। ਕਰਕੇ ਕਈ ਵਾਰੀ ਅਸੀਂ ਜੋ ਸੋਚ ਕੇ ਲਿਆਉਂਦੇ ਆ, ਉਹ ਇਹ ਸੋਚ ਕੇ ਲਿਆਉਂਦੇ ਆ ਕਿ ਇਹ ਪ੍ਰੋਗਰਾਮ ਅਸੀਂ ਕੋਈ ਕਰੀਏ, ਟੌਪਿਕ ਇੱਦਾਂ ਦਾ ਰੱਖੀਏ ਜਿਹਦੇ ਨਾਲ ਤੁਹਾਡਾ ਫਾਇਦਾ ਹੋਵੇ ਔਰ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਉਹ ਵਧੀਆ ਬਿਤਾ ਸਕੋ। ਪਰ ਕਈ ਵਾਰੀ ਇਹ ਜ਼ਰੂਰੀ ਨਹੀਂ ਕਿ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ। ਸੋ ਤੁਸੀਂ ਵੀ ਸਾਨੂੰ ਜ਼ਰੂਰ ਦੱਸੋ ਕਿ ਤੁਸੀਂ ਕਿਹਨਾਂ ਮੁੱਦਿਆਂ 'ਤੇ ਹੋਰ ਜਾਣਕਾਰੀ ਜਿਹੜੀ ਹੈਗੀ ਆ ਉਹ ਲੈਣੀ ਚਾਹੁੰਦੇ ਆ। ਸੋ ਤੁਸੀਂ ਸਾਡਾ ਪ੍ਰੋਗਰਾਮ ਕਰਕੇ ਸਾਨੂੰ ਇਹਦੇ ਬਾਰੇ ਫੀਡਬੈਕ ਦਿਓ। ਅਸੀਂ ਹੁਣ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਲੈਂਦੇ ਹਾਂ। ਅਗਲੇ ਹਫ਼ਤੇ ਅਸੀਂ ਕਿਸੇ ਇੱਕ ਹੋਰ ਮੁੱਦਾ ਲੈ ਕੇ ਤੁਹਾਡੇ ਨਾਲ ਮੁੜ ਕੇ ਸਾਂਝ ਪਾਵਾਂਗੇ। ਅਗਲੇ ਹਫ਼ਤੇ ਤੱਕ ਸਾਡੇ ਵੱਲੋਂ ਜੈ ਭੀਮ, ਜੈ ਇਨਸਾਨ।